ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਤੁਸੀਂ ਠੀਕ ਹੋਵੋਗੇ। ਜਿਵੇਂ ਤੁਹਾਨੂੰ ਮੈਂ ਕਿਹਾ ਸੀ ਕਿ ਵੀ ਤੁਹਾਡੇ ਵਾਸਤੇ ਮੈਂ ਲੈ ਕੇ ਆਊਂਗਾ ਲੈਕਚਰ ਕਰੰਟ ਅਫੇਅਰ ਦਾ। ਠੀਕ ਹੈ, ਮੈਰਾਥਨ ਕਲਾਸ। ਅਤੇ ਉਸੇ ਜਿਵੇਂ ਮੈਂ ਲੈ ਕੇ ਆਇਆ ਬਈ ਤੁਹਾਡੇ ਵਾਸਤੇ ਲੈਕਚਰ, ਕਿਉਂਕਿ ਉਹ ਤੁਹਾਡੇ ਕਈ ਪੇਪਰ ਹੈਗੇ, ਜਿਵੇਂ ਕਿ PSPCL ਹੋ ਗਿਆ, ਮਾਰਕਫੈਡ ਹੋ ਗਿਆ, ਅਤੇ SSC GD ਵਾਲੇ ਬੱਚੇ ਜਾਂ ਕੋਈ ਵੀ ਪੰਜਾਬ ਦਾ ਪੇਪਰ ਦੇਣਾ ਜਾਂ ਸੈਂਟਰ ਦਾ ਪੇਪਰ ਦੇਣਾ, ਤਾਂ ਉਹਦੇ ਵਾਸਤੇ ਕਰੰਟ ਅਫੇਅਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਕਰਕੇ ਸਾਰੇ ਬੱਚੇ ਨੇ ਕਰੰਟ ਅਫੇਅਰ ਧਿਆਨ ਨਾਲ ਪੜ੍ਹਨੇ ਆ। ਠੀਕ ਹੈ ਜੀ। ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਮੈਂ ਅਪਲੋਡ ਕਰ ਚੁੱਕਿਆ ਹੈਗਾ, ਅਤੇ ਉਹ ਵੀਡੀਓ ਸਾਰੇ ਕੈਂਡੀਡੇਟ ਜਾ ਕੇ ਦੇਖ ਲੈਣ। ਠੀਕ ਹੈ ਜੀ। ਅਤੇ ਚਲੋ ਸ਼ੁਰੂ ਕਰਦੇ ਹਾਂ ਲੈਕਚਰ। ਵੀਡੀਓ ਵੱਧ ਤੋਂ ਵੱਧ ਲਾਈਕ ਕਰੋ ਭਾਈ, ਸ਼ੇਅਰ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਜਿਹੜੇ ਬੱਚੇ ਭਾਈ ਆਪਣੇ ਬਾਰਡ ਅਟੈਂਡੈਂਟ ਵਾਲੇ ਆ, ਉਹਨਾਂ ਦਾ ਦੂਸਰਾ ਲੈਕਚਰ ਮੈਂ ਅਪਲੋਡ ਕਰ ਚੁੱਕਿਆ। ਉਹ ਕਿਸੇ ਕਾਰਨ ਉਹਦਾ ਨੋਟੀਫਿਕੇਸ਼ਨ ਨਹੀਂ ਗਿਆ, ਅਤੇ ਜਿਹੜੇ ਬੱਚਿਆਂ ਕੋਲ ਨੋਟੀਫਿਕੇਸ਼ਨ ਨਹੀਂ ਗਿਆ ਤਾਂ ਉਹ ਚੈਨਲ 'ਤੇ ਜਾ ਕੇ ਦੇਖ ਲੈਣ। ਅਤੇ ਬਾਕੀ ਜਿਹੜੇ ਬੱਚੇ ਟੈਲੀਗ੍ਰਾਮ 'ਚ ਐਡ ਆ ਉਹ ਵੀ ਦੇਖ ਲੈਣ। ਅੱਧੇ ਬੱਚੇ ਇਹ ਪੁੱਛ ਰਹੇ ਕਿ ਟੈਲੀਗ੍ਰਾਮ ਦੇ ਵਿੱਚ ਐਡ ਕਿਵੇਂ ਹੋਣਾ ਗਾ। ਠੀਕ ਹੈ, ਆਹ ਕਰੰਟ ਅਫੇਅਰ ਹੋ ਗਿਆ। ਸਾਰੀਆਂ ਚੀਜ਼ਾਂ ਦੀ PDF ਲੈਣ ਵਾਸਤੇ ਟੈਲੀਗ੍ਰਾਮ 'ਚ ਕਿਵੇਂ ਐਡ ਹੋਣਾ, ਤੁਸੀਂ ਟੈਲੀਗ੍ਰਾਮ ਐਪ ਡਾਊਨਲੋਡ ਕਰ ਲਿਓ। ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਲਿਖਣਾ ਉਹਦੇ 'ਤੇ, ਫ੍ਰੀ ਪੰਜਾਬ ਐਗਜ਼ਾਮ ਸਟੱਡੀ, ਜਿਹੜਾ ਆਪਣੇ ਚੈਨਲ ਦਾ ਨੇਮ ਆ। ਦੇਖੋ ਜਿਵੇਂ ਵਿੱਚ ਆਇਆ ਪਿਆ ਗਾ ਅੱਧਾ, ਦੇਖੋ ਜਿਵੇਂ ਆਹ ਲਿਖਿਆ ਹੋਇਆ ਫ੍ਰੀ ਪੰਜਾਬ ਐਗਜ਼ਾਮ ਸਟੱਡੀ। ਇਸ ਤਰ੍ਹਾਂ ਲਿਖੋਗੇ ਤਾਂ ਆਪਣਾ ਚੈਨਲ ਮੂਹਰੇ ਆ ਜਾਊਗਾ, ਤਾਂ ਜੁਆਇਨ ਕਰ ਲਿਓ ਤੁਸੀਂ। ਠੀਕ ਹੈ, ਅਤੇ ਚਲੋ ਜੀ ਚੱਲਦੇ ਹਾਂ ਪਹਿਲੇ ਪ੍ਰਸ਼ਨ 'ਤੇ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਗ੍ਰੀਵੈਂਸ ਆਫਿਸਰ ਫੋਰ ਇੰਡੀਆ ਬਾਈ WhatsApp। ਕਹਿੰਦੇ ਇੰਡੀਆ ਦੇ ਵਿੱਚ WhatsApp ਪ੍ਰਤੀ ਕੋਈ ਬੰਦਾ WhatsApp 'ਚ ਕੋਈ ਗਲਤ ਇਨਫੋਰਮੇਸ਼ਨ ਦੇ ਰਿਹਾ ਹੈ। ਠੀਕ ਹੈ ਜੀ, ਕਿਸੇ ਦਾ MMS ਵਾਇਰਲ ਕਰ ਰਿਹਾ ਹੈ, ਜਾਂ ਕੋਈ ਇਹੋ ਜਿਹੀ ਅਫਵਾਹ ਫੈਲਾ ਰਿਹਾ ਜਿਹਦੇ ਕਰਕੇ ਲੋਕ ਗੁੰਮਰਾਹ ਹੋ ਰਹੇ ਨੇ, ਅਤੇ ਜਿਹਦੇ ਕਰਕੇ ਇੱਕ ਸਮਾਜਿਕ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਗਾ। ਠੀਕ ਹੈ, ਤਾਂ ਇਹੋ ਜਿਹੀ ਕੋਈ ਵੀ WhatsApp 'ਤੇ ਕੋਈ ਅਣਹੋਣੀ ਖਬਰ ਜਾਂ ਘਟਨਾ ਵਾਪਰਦੀ ਹੈ ਜਿਹੜੀ ਕਿ ਆਪਣੇ ਸਮਾਜ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਕੋਈ ਖਤਰੇ ਦਾ ਕਾਰਨ ਬਣਦੀ ਹੈ, ਤਾਂ ਉਹਦੇ ਵਾਸਤੇ ਇੱਕ ਇਹਨਾਂ ਨੇ ਆਪਣੇ ਇੰਡੀਆ ਦੇ ਵਿੱਚ WhatsApp ਨੇ ਕੀ ਕਰਿਆ, ਇੱਕ ਅਫਸਰ ਲਾਇਆ ਗਾ ਸ਼ਿਕਾਇਤ ਅਧਿਕਾਰੀ। ਠੀਕ ਹੈ, ਕਿ ਇਹਦੇ ਕੋਲ ਆਪਾਂ ਸ਼ਿਕਾਇਤ ਕਰ ਸਕਦੇ ਹਾਂ ਮੇਲ ਭੇਜ ਕੇ ਜਾਂ ਈਮੇਲ ਭੇਜ ਕੇ। ਇਹਨਾਂ ਦੇ ਵਿੱਚ ਉਹ ਕਿਹੜਾ ਗਾ, ਕਨਿਕ ਸ਼ਰਮਾ, YM ਅੰਸਾਰੀ, KD ਕਿ ਪ੍ਰਕਾਸ਼ ਬੀ ਲਾਲ। ਤਾਂ ਇਹਦਾ ਆਨਸਰ ਹੈਗਾ ਭਾਈ ਪਰੇਸ਼ ਬੀ ਲਾਲ ਆ ਜਿਹੜਾ। ਇਸ ਨੂੰ ਕੀ ਕੀਤਾ ਗਾ, WhatsApp ਨੇ ਗ੍ਰੀਵੈਂਸ ਆਫਿਸਰ ਲਾਤਾ। ਠੀਕ ਹੈ ਜੀ, ਕੀ ਲਾਤਾ, ਗ੍ਰੀਵੈਂਸ ਆਫਿਸਰ। ਚਲੋ ਜੀ ਹੁਣ ਚੱਲਦੇ ਆਪਾਂ ਅਗਲੇ 'ਤੇ। ਇਸ ਵਿੱਚ ਕੀ ਹੈ ਭਾਈ, ਦੂਸਰੇ ਪ੍ਰਸ਼ਨ ਦੇ ਵਿੱਚ ਕਹਿੰਦੇ ਕਿਸ ਸਟੇਟ ਦੇ ਅਧਿਆਪਕ ਨੇ ਰਾਬਤਾ ਮੁਹਿੰਮ ਸ਼ੁਰੂ ਕੀਤੀ ਹੈ। ਠੀਕ ਹੈ ਜੀ, ਕਿਸ ਸਟੇਟ ਨੇ ਰਾਬਤਾ ਮੁਹਿੰਮ ਚਲਾਈ ਹੈ। ਪ੍ਰਸ਼ਨ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਪੇਪਰਾਂ ਵਾਸਤੇ। ਰਾਬਤਾ ਮੁਹਿੰਮ ਦੇ ਵਿੱਚ ਇਹ ਸੀ, COVID-19 ਦੇ ਅਨੁਸਾਰ ਘਰਾਂ ਦੇ ਵਿੱਚ ਜਾਏ ਸੀ ਟੀਚਰ, ਅਤੇ ਉਹਨਾਂ ਦੇ ਬੱਚਿਆਂ, ਮਾਂ ਪਿਓ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਸੀ। ਕਿਹਨੇ ਚਲਾਈ ਹੈ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਕਿ ਛੱਤੀਸਗੜ੍ਹ। ਤਾਂ ਇਹਦਾ ਆਨਸਰ ਹੈਗਾ ਪੰਜਾਬ ਸਟੇਟ ਨੇ ਭਾਈ ਚਲਾਈ ਹੈ ਰਾਬਤਾ ਮੁਹਿੰਮ। GOI ਗਵਰਨਮੈਂਟ ਆਫ ਇੰਡੀਆ ਹੈਜ਼ ਸਾਈਨ $2.5 ਮਿਲੀਅਨ। ਇਹ ਸਮਝੌਤਾ ਸਿੱਕਮ ਦੇ ਵਿੱਚ ਸੜਕ ਨੂੰ ਅਪਡੇਟ ਕਰਨ ਲਈ ਕੀਤਾ ਗਿਆ ਹੈ। ਇਹ ਫੰਡ ਕਿਹੜੀ ਸੰਸਥਾ ਤੋਂ ਲਿੱਤਾ ਇਹਨਾਂ ਨੇ, ਇੰਟਰਨੈਸ਼ਨਲ ਮੋਨੈਟਰੀ ਫੰਡ, ਵਰਲਡ ਬੈਂਕ, ADB ਕਿ AIBB। ਤਾਂ ਇਹਨਾਂ ਨੇ ਲਿੱਤਾ ਭਾਈ ਇਹ ADB ਤੋਂ। ADB ਦੀ ਫੁੱਲ ਫਾਰਮ ਕੀ ਹੈ, ਏਸ਼ੀਅਨ ਡਿਵੈਲਪਮੈਂਟ ਬੈਂਕ। ਦੇਖੋ ਇਹ ਜਿਹੇ ਅੰਕੜਿਆਂ 'ਤੇ ਵੀ ਇੱਕ ਪ੍ਰਸ਼ਨ ਪੇਪਰ ਦੇ ਵਿੱਚ ਪੱਕਾ ਪੁੱਛਿਆ ਜਾਂਦਾ ਹੁੰਦਾ। ਮੈਂ ਨਹੀਂ ਅੱਜ ਤੱਕ ਦੇਖਿਆ ਕਿ ਅੰਕੜੇ 'ਤੇ ਕੋਈ ਪ੍ਰਸ਼ਨ ਨਾ ਆਇਆ ਹੋਵੇ। ਠੀਕ ਹੈ, ਤਾਂ ਕਰਕੇ ਸਾਰੇ ਬੱਚਿਆਂ ਨੇ ਇਹ ਯਾਦ ਕਰ ਲੈਣਾ ਗਾ ਚੰਗੀ ਤਰ੍ਹਾਂ। ਇੱਕ ਇਹਦਾ ਹੈੱਡਕੁਆਟਰ ਬਹੁਤ ਪੁੱਛਿਆ ਜਾਂਦਾ, ADB ਦਾ ਹੈੱਡਕੁਆਟਰ ਕਿੱਥੇ ਹੈ। ਪ੍ਰੈਜ਼ੀਡੈਂਟ ਵੀ ਦੇਖ ਲਓ, ਪ੍ਰੈਜ਼ੀਡੈਂਟ ਕੌਣ ਹੈ ਇਹਦਾ। ਪ੍ਰੈਜ਼ੀਡੈਂਟ ਇਹਦਾ ਸਿਲੈਕਟ ਕੀਤਾ ਸੀ 17 ਜਨਵਰੀ 2020 ਨੂੰ ਸਿਲੈਕਟ ਕੀਤਾ ਸੀ। ਕੀ ਨਾਮ ਉਹਦਾ, ਆਸਾਕਾਵਾ। ਠੀਕ ਹੈ, ਮਾਸਾਤੂਗਾ ਆਸਾਕਾਵਾ ਜਿਹੜਾ ਨਾ ਪ੍ਰੈਜ਼ੀਡੈਂਟ ਆ ਭਾਈ, ਉਹਦਾ ਨਾਮ ਸੀ ਇਹ। ਠੀਕ ਹੈ, ਹੈੱਡਕੁਆਟਰ ਕਿੱਥੇ ਇਹਦਾ, ਫਿਲੀਪਾਈਨ ਦੇ ਵਿੱਚ। ਫਿਲੀਪਾਈਨ ਦੀ ਰਾਜਧਾਨੀ ਕੀ ਆ, ਮਨੀਲਾ। ਠੀਕ ਹੈ, ਅਤੇ ਫਿਲੀਪਾਈਨ ਦੇ ਵਿੱਚ ਕਿੱਥੇ ਆ ਗਿਆ, ਫਿਲੀਪਾਈਨ। ਵੈਸੇ ਤੁਸੀਂ ਫਿਲੀਪਾਈਨ ਹੀ ਯਾਦ ਕਰ ਲਿਓ, ਕਈ ਵਾਰੀ ਪੇਪਰ ਬੜਾ ਔਖਾ ਪਾਉਣ ਦੀ ਕੋਸ਼ਿਸ਼ ਕਰੀ। ਫਿਲੀਪਾਈਨ ਦੇ ਵਿੱਚ ਕਿੱਥੇ ਹੈ, ਫਿਲੀਪਾਈਨ ਦੇ ਵਿੱਚ ਹੈਗਾ ਭਾਈ ਇਹ ਮਾਂਡਲ ਲੂਏ ਯੋਂਗ। ਠੀਕ ਹੈ, ਮਾਂਡਲ ਲੂਏ ਯੋਂਗ ਦੇ ਵਿੱਚ ਹੈ ਭਾਈ ਇਹ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਬਾਕੀ ਹਾਂ, ਫਾਊਂਡਡ ਈਅਰ ਕੀ ਹੈ, ਰੱਖੀ ਤੋਂ ਫਾਊਂਡ ਕੀਤੀ ਗਈ ਸੀ ਇਹ। ਫਾਊਂਡ ਕੀਤੀ ਗਈ ਸੀ ਭਾਈ ਇਹ 1966 19 ਦਸੰਬਰ 1966 ਦੇ ਵਿੱਚ ADB
ਫਾਊਂਡ ਕੀਤੀ ਗਈ ਸੀ। ਕਿੰਨੀਆਂ ਸਟੇਟਾਂ ਦਾ ਸਮੂਹ ਹੈ, ਕਿੰਨੀਆਂ ਕੰਟਰੀਆਂ ਦੇ ਵਿੱਚ ਐਡ ਹੈਗੀਆਂ? 68 ਕੰਟਰੀਆਂ ਦਾ ਇਹ ਇੱਕ ਸਮੂਹ ਹੈ। ਇਹ ਗੱਲ ਯਾਦ ਰੱਖਣੀ ਹੈ ਭਾਈ, ਠੀਕ ਹੈ ਜੀ। ਚਲੋ ਹੁਣ ਚੱਲਦੇ ਹਾਂ ਅਗਲੇ ਪ੍ਰਸ਼ਨ 'ਤੇ। ਰੈੱਡ ਟੂਰਿਜ਼ਮ ਨੂੰ ਕਿਸ ਦੇਸ਼ ਨੇ ਪ੍ਰਮੋਟ ਕੀਤਾ ਹੈ? ਠੀਕ ਹੈ ਜੀ। ਰੈੱਡ ਟੂਰਿਜ਼ਮ ਦਾ ਮਤਲਬ ਕੀ ਹੈ? ਰੈੱਡ ਟੂਰਿਜ਼ਮ ਪਹਿਲਾਂ ਆਪਾਂ ਸਮਝਦੇ ਕਿ ਰੈੱਡ ਟੂਰਿਜ਼ਮ ਨੂੰ ਪ੍ਰਮੋਟ ਕਿਸ ਨੇ ਕੀਤਾ ਹੈ। ਇਹ ਪ੍ਰਮੋਟ ਕੀਤਾ ਚਾਈਨਾ, ਮੰਗੋਲੀਆ, ਸਾਊਥ ਕੋਰੀਆ ਕਿ ਨਾਰਥ ਕੋਰੀਆ? ਇਹ ਕੀਤਾ ਬਈ ਚਾਈਨਾ ਨੇ। ਰੈੱਡ ਟੂਰਿਜ਼ਮ ਦਾ ਮਤਲਬ ਕੀ ਹੈ? ਰੈੱਡ ਟੂਰਿਜ਼ਮ ਦਾ ਮਤਲਬ ਇਹ ਹੈਗਾ ਕਿ ਕੋਈ ਵੀ ਬਾਹਰਲਾ ਟੂਰਿਸਟ ਸਾਡੇ ਚਾਈਨਾ ਦੇ ਵਿੱਚ ਆਉਂਦਾ ਹੈ, ਜੇਕਰ ਉਹ ਸਾਡੀ ਸੰਸਕ੍ਰਿਤੀ ਨੂੰ ਦੇਖੂਗਾ, ਠੀਕ ਹੈ, ਸਾਡੀ ਸੰਸਕ੍ਰਿਤੀ ਨੂੰ ਦੇਖੂਗਾ, ਜਿਹਦੇ ਵਿੱਚ ਸਾਡੇ ਦੇਸ਼ ਦੇ ਪ੍ਰਤੀ ਪਿਆਰ ਦੀ ਭਾਵਨਾ ਆਊਗੀ, ਠੀਕ ਹੈ, ਜਾਂ ਸਾਡਾ ਉਹ ਇਤਿਹਾਸ ਦੇਖੂਗਾ, ਤਾਂ ਉਹਦੇ ਵਾਸਤੇ ਉਸ ਬੰਦੇ ਨੂੰ ਜਿਹੜਾ ਟੂਰਿਸਟ ਆਇਆ ਗਾ ਉਹਨੂੰ ਮਤਲਬ ਆਉਣ ਜਾਣ ਦੇ ਕਿਰਾਏ ਦੇ ਵਿੱਚ ਵੀ ਛੂਟ, ਟਿਕਟ ਦੇ ਵਿੱਚ ਵੀ ਛੂਟ ਦਿੱਤੀ ਜਾਊਗੀ, ਠੀਕ ਹੈ। ਰੈੱਡ ਟੂਰਿਜ਼ਮ ਨੂੰ ਕਿਸ ਨੇ ਪ੍ਰਮੋਟ ਕੀਤਾ? ਚਾਈਨਾ ਨੇ। ਚਾਈਨਾ ਦੀ ਰਾਜਧਾਨੀ ਕੀ ਹੈਗੀ? ਬੀਜਿੰਗ, ਠੀਕ ਹੈ। ਚਲੋ ਚੱਲਦੇ ਹਾਂ ਅੱਗੇ। HDFC ਕੀ ਆ ਗਿਆ? HDFC ਕਿਸ ਸਾਲ ਆਪਣੇ ਆਪ ਨੂੰ ਕਾਰਬਨ ਨਿਊਟਰਲ ਕਰ ਦੇਵੇਗਾ? ਕਦੋਂ ਕਰ ਦੂਗਾ ਭਾਈ? 24 ਤੋਂ 25, 26 ਤੋਂ 27, 29 ਤੋਂ 30 ਅਤੇ 31 ਤੋਂ 32। ਦੱਸੋ ਜੀ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਇਹ। ਪੇਪਰ ਦੇ ਵਿੱਚ ਇਹੋ ਜਿਹੇ ਪ੍ਰਸ਼ਨ ਤੁਹਾਨੂੰ ਆਮ ਤੌਰ 'ਤੇ ਪੱਕੇ ਤੌਰ 'ਤੇ ਪੁੱਛੇ ਜਾਣਗੇ, ਠੀਕ ਹੈ ਜੀ। ਦੱਸੋ ਜੀ ਕੌਣ ਹੋ ਕਦੋਂ ਕਰਨਗੇ ਇਹ ਕਰਨਗੇ ਆਪਣੇ ਡੀ ਨੰਬਰ ਆਪਸ਼ਨ 2031 ਤੋਂ ਲੈ ਕੇ 2032 ਤੱਕ ਕਹਿੰਦੇ ਅਸੀਂ ਕਾਰਬਨ ਨਿਊਟਰਲ ਕਰ ਲਾਂਗੇ। ਅਤੇ CEO ਕੌਣ ਹੈ ਇਹਦਾ? ਸ਼ਸ਼ੀਧਰ ਜਗਦੀਸ਼ਨ ਇਹਦਾ ਕੀ ਹੈ? CEO ਹੈ। ਇਹ ਗੱਲ ਯਾਦ ਰੱਖਣੀ ਹੈ। ਕਿਸ ਦੇਸ਼ ਨੇ ਕੀ ਕੀਤਾ? ਕਿਸ ਦੇਸ਼ ਨੇ ਚਾਈਨੀਜ਼ ਟੈਕਨੋਲੋਜੀ ਅਤੇ ਡਿਫੈਂਸ ਫਰਮ ਦੇ ਵਿੱਚ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ? ਕਿਹੜੇ ਦੇਸ਼ ਨੇ ਕਹਿਤਾ ਭਾਈ ਅਸੀਂ ਚਾਈਨਾ ਦੀ ਕੋਈ ਵੀ ਟੈਕਨੋਲੋਜੀ ਨਹੀਂ ਲੈਣੀ, ਕੋਈ ਵੀ ਅਸੀਂ ਫੌਜ ਦੇ ਕੰਮਾਂ ਦੇ ਵਿੱਚ ਇਹਨਾਂ ਦੀ ਕੋਈ ਚੀਜ਼ ਵਰਤਦੇ ਹਾਂ ਉਹ ਵੀ ਨਹੀਂ ਵਰਤਣੀ, ਸਾਡੇ ਵੱਲੋਂ ਪੂਰੀ ਤਰ੍ਹਾਂ ਪਾਬੰਦੀ ਹੈ ਇਹ ਚੀਜ਼ 'ਤੇ, ਠੀਕ ਹੈ, ਅਸੀਂ ਨਹੀਂ ਵਰਤਣੀ ਇਹ ਚੀਜ਼। ਤਾਂ ਇਹ ਚੀਜ਼ ਨੂੰ ਲੈ ਕੇ ਤਾਂ ਇਹ ਗੱਲ ਹੈ ਜਿਹੜੀ ਭਾਈ, ਇਹ ਕਿਹਨੇ ਪਾਬੰਦੀ ਲਾਤੀ? ਫਰਾਂਸ ਨੇ ਲਾਈ ਹੈ, ਇੰਡੀਆ ਨੇ ਲਾਈ ਹੈ, US ਨੇ ਲਾਈ ਹੈ, ਆਸਟ੍ਰੇਲੀਆ ਨੇ ਲਾਈ ਹੈ। ਤਾਂ ਇਹ ਲਾਈ ਹੈ ਭਾਈ US ਨੇ। ਅਮਰੀਕਾ ਨੇ ਲਾਤੀ ਪਾਬੰਦੀ। ਅਮਰੀਕਾ ਕਹਿੰਦਾ ਭਾਈ ਸਾਡਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨਾਂ ਦਾ। ਇਸ ਤੋਂ ਬਾਅਦ ਹਾਊ ਮੈਨੀ ਟੀਮ ਵਿਲ ਵੀ ਪਾਰਟੀਸਪੇਟ ਇਨ ਦਾ 2027 ਐਂਡ 2031 ਇੰਡੀਅਨ ਕ੍ਰਿਕਟ ਕੌਂਸਲ, ਠੀਕ ਹੈ, ਮੈਨ ਵਰਲਡ ਕੱਪ। ਕਹਿੰਦੇ ਯਾਰ ਕਿ ਜਿਹੜਾ 2027 ਦੇ ਵਿੱਚ ਅਤੇ 2031 ਦੇ ਵਿੱਚ ਜਿਹੜਾ ICC ਦਾ ਮੈਚ ਹੋਣਾ ਗਾ, ਠੀਕ ਹੈ, ਅਤੇ ਉਹ ਬੰਦਿਆਂ ਦਾ ਵਰਲਡ ਕੱਪ ਹੋਣਾ, ਤਾਂ ਉਹ ਵਰਲਡ ਕੱਪ ਦੇ ਵਿੱਚ ਕਿੰਨੀਆਂ ਟੀਮਾਂ ਖੇਡਣਗੀਆਂ? ਇਹ ਗੱਲ ਪੁੱਛ ਰਹੇ ਨੇ। ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਪਹਿਲਾਂ ਕਿੰਨੀਆਂ ਟੀਮਾਂ ਖੇਡਦੀਆਂ ਸੀ? ਤਾਂ ਪਹਿਲਾਂ ਖੇਡਦੀਆਂ ਸੀ 10 ਟੀਮਾਂ। ਐਤਕੀ ਨੇ ਟੀਮਾਂ ਵਧਾ ਕੇ ਕਿੰਨੀਆਂ ਕਰਤੀਆਂ? 14 ਟੀਮਾਂ ਕਰਤੀਆਂ ਭਾਈ ਇਹਨਾਂ ਨੇ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, 14 ਟੀਮਾਂ ਕਰਤੀਆਂ ਹੁਣ ਇਹਨਾਂ ਨੇ। ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ICC ਦਾ, ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਫੁੱਲ ਫਾਰਮ ਹੈ। ਅਤੇ ਇਹਦਾ ਹੈੱਡਕੁਆਟਰ ਕਿੱਥੇ ਹੈ? ਦੁਬਈ ਦੇ ਵਿੱਚ ਹੈ। ਦੁਬਈ ਦੇ ਵਿੱਚ ਕਿੱਥੇ? UAE ਦੇ ਵਿੱਚ, ਯੂਨਾਈਟਿਡ ਅਰਬ ਅਮੀਰਾਤ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਅਤੇ ਦੂਸਰੀ ਗੱਲ ਇਹਦਾ CEO ਤੁਸੀਂ ਦੱਸੋ ਕੌਣ ਹੈਗਾ? CEO ਕੌਣ ਹੈ ਇਹਦਾ? CEO ਭਾਈ ਇਹਦਾ ਹੈਗਾ ਗਾ ਮੰਨੂ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਮੰਨੂ ਇਹਦਾ CEO। ਅਤੇ ਚਲੋ ਚੱਲਦੇ ਹਾਂ ਆਪਾਂ ਅਗਲੇ 'ਤੇ। ਅਤੇ ਪ੍ਰੈਜ਼ੀਡੈਂਟ ਪੁੱਛ ਲਿਆ ਜਿਸ ਉੱਥੋਂ। ਪ੍ਰੈਜ਼ੀਡੈਂਟ ਕੌਣ ਹੈਗਾ? ਪ੍ਰੈਜ਼ੀਡੈਂਟ ਹੈਗਾ ਇਹਦਾ ਗ੍ਰੈਗ ਬਾਰਕਲੇ, ਹਾਂ, ਗ੍ਰੈਗ ਬਾਰਕਲੇ ਇਹਦਾ ਕੀ ਹੈਗਾ? ਪ੍ਰੈਜ਼ੀਡੈਂਟ ਹੈ, ਠੀਕ ਹੈ। ਚਲੋ ਚੱਲਦੇ ਅੱਗੇ। B ਨੰਬਰ ਆਪਸ਼ਨ ਆਨਸਰ ਹੈ ਇਹਦਾ। ਪਹਿਲਾਂ 10 ਟੀਮਾਂ ਹੁੰਦੀਆਂ ਸੀ, 14 ਕਰਤੀਆਂ ਇਹਨਾਂ ਨੇ। ਅੰਤਰਿਕਸ਼ ਦੇ ਵਿੱਚ ਓਲਗ ਨੋਵਿਸਕਾਈ ਐਂਡ ਪੋਇਟਰ ਦੁਬਰੋਵ, ਇਹ ਦੋਵਾਂ ਨੇ 7 ਘੰਟੇ ਸੈਰ ਕੀਤੀ ਆ ਉੱਥੇ ਅੰਤਰਿਕਸ਼ ਦੇ ਵਿੱਚ ਘੁੰਮਦੇ ਫਿਰਦੇ ਰਹੇ ਇਹ। ਫਿਰ ਪੈਗ ਸ਼ੈਗ ਲਾਇਆ ਹੈ, ਫਿਰ ਆਂਡੇ ਵੀ ਖਾਧੇ ਹੋਣਗੇ ਨਾਲ, ਅਤੇ ਸਾਰਾ ਕੁਛ ਖਾਧਾ ਨੇ, ਪੂਰੀ ਇੰਜੋਏ ਕੀਤੀ, ਕੈਟ ਵਾਕ ਕੀਤੀ ਉੱਥੇ ਪੂਰੀ ਇਹਨਾਂ ਨੇ। ਇਹ ਕਿਸ ਦੇਸ਼ ਦੇ ਆ ਕਹਿੰਦੇ? ਜਾਪਾਨ ਦੇ ਆ, US ਦੇ ਆ, ਫਰਾਂਸ ਦੇ ਆ ਕਿ ਰਸੀਆ ਦੇ ਆ? ਤਾਂ ਇਹ ਹੈਗਾ ਭਾਈ ਆਪਣੇ D ਨੰਬਰ ਆਪਸ਼ਨ ਰਸੀਆ ਦੇ ਆ। ਰਸ਼ੀਆ ਨੂੰ ਰੂਸ ਕਹਿ ਦਿੰਦੇ ਆ। ਅਤੇ ਖੇਤਰਫਲ ਪੱਖੋਂ ਸਭ ਤੋਂ ਪਹਿਲੇ ਨੰਬਰ 'ਤੇ ਵੀ ਆਪਣਾ ਕੀ ਆਉਂਦਾ? ਰੂਸ ਆਉਂਦਾ, ਠੀਕ ਹੈ। ਰਸ਼ੀਆ ਦੀ ਰਾਜਧਾਨੀ ਕੀ ਹੈ? ਮਾਸਕੋ, ਠੀਕ ਹੈ। ਨਾਲ ਕਨੈਕਟਿੰਗ ਮੈਥਡ ਵਰਤਿਆ ਕਰੋ। ਚਲੋ ਇਹ ਚੀਜ਼ਾਂ ਆਪਾਂ ਕਰ ਲਈਆਂ। ਹੁਣ ਜਿਹੜੀ ਮੇਨ ਚੀਜ਼ ਹੈ ਮੈਨੂੰ ਉਹ ਦੱਸੋ ਕਿ ਜਿਹੜਾ ਆਪਣਾ ਰਸ਼ੀਆ ਹੈਗਾ, ਠੀਕ ਹੈ, ਇਹਦਾ ਪ੍ਰੈਜ਼ੀਡੈਂਟ ਕੌਣ ਆ ਰਸ਼ੀਆ ਦਾ? ਇਹ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਪੱਕਾ ਪੁੱਛੇ ਜਾਂਦੇ ਹੁੰਦੇ ਆ ਕਿ ਰਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਹ ਕੌਣ ਹੈਗਾ? ਉਹ ਹੈਗਾ ਭਾਈ ਆਪਣਾ ਵਲਾਦਿਮੀਰ ਪੁਤਿਨ,
ठीक है, ये की हैगा प्रेजिडेंट है। रीसेंटली INS संदरिक हैज बीन डिकंपोजड फ्रॉम विच प्लेस। ਕਹਿੰਦੇ ਜਿਹੜਾ ਆਪਣਾ ਆਹ ਜਹਾਜ਼ ਸੀ ਭਾਈ, ਇੱਕ ਸਮੁੰਦਰੀ ਜਹਾਜ਼ ਸੀ, ਠੀਕ ਹੈ, ਇਹਨੂੰ ਮਤਲਬ ਇਹ 1985 'ਚ ਚਲਾਇਆ ਸੀ, 1985 ਦੇ ਵਿੱਚ, ਅਤੇ ਇਹਨੂੰ ਕਿੰਨੇ ਸਾਲ ਹੋ ਗਏ, 35 ਸਾਲ ਵਾਂਗੂ, 35 ਸਾਲ ਤੋਂ ਵੀ ਜ਼ਿਆਦਾ ਹੋ ਗਏ ਸੀ ਇਹਨੂੰ, ਠੀਕ ਹੈ। ਤਾਂ ਇਹਨੂੰ ਭਾਈ ਹੁਣ ਰਿਟਾਇਰਮੈਂਟ ਦੇਤੀ ਇਹਨਾਂ ਨੇ ਜਹਾਜ਼ ਨੂੰ, ਕਿਹੜਾ INS ਸੰਦਿਕ। ਅਤੇ ਕਿੱਥੇ ਦਿੱਤੀ ਉਹਨੂੰ ਰਿਟਾਇਰਮੈਂਟ, ਇਹ ਵਿਸ਼ਾਖਾਪਟਨਮ। ਡੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈਗਾ। ਵੈਰੀ ਵੈਰੀ ਇੰਪੋਰਟੈਂਟ। ਗਿਫਟ ਦੀ ਫੁੱਲ ਫਾਰਮ ਕੀ ਹੈ ਭਾਈ, ਗੋਆ ਇੰਸਟੀਟਿਊਸ਼ਨ ਫੋਰ ਫਿਊਚਰ ਟਰਾਂਸਫਰਮੇਸ਼ਨ ਥਿੰਕ ਟੈਂਕ। ਇਹ ਕਿਸ ਰਾਜ ਨੇ ਸ਼ੁਰੂ ਕੀਤਾ ਹੈਗਾ, ਦੇਖੋ, ਇੱਕ ਤੁਸੀਂ ਥਿੰਕ ਟੈਂਕ ਦੇ ਨਾਂ ਤੋਂ ਜਾਣਦੇ ਹੋ, ਨੀਤੀ ਆਯੋਗ ਨੂੰ ਜਾਣਦੇ ਹੋ ਨਾ ਥਿੰਕ ਟੈਂਕ ਦੇ ਨਾਂ ਤੋਂ। ਤਾਂ ਜਿਹੜਾ ਵੀ ਕੋਈ ਥਿੰਕ ਟੈਂਕ ਹੁੰਦਾ, ਨੀਤੀ ਆਯੋਗ ਆ, ਇਹ ਤਾਂ ਬਣਾਉਂਦਾ ਗਾ ਕੋਈ ਵੀ ਯੋਜਨਾਵਾਂ ਬਣਾਉਂਦਾ, ਕੋਈ ਵੀ ਪ੍ਰੋਜੈਕਟ ਸ਼ੁਰੂ ਕਰਦਾ ਗਾ ਆਪਣੇ ਦੇਸ਼ ਦੇ ਪੱਧਰ 'ਤੇ, ਠੀਕ ਹੈ, ਆਪਣੇ ਦੇਸ਼ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਚੰਗੀਆਂ, ਕਿਹੜੀਆਂ ਕਿਹੜੀਆਂ ਚੀਜ਼ਾਂ ਮਾੜੀਆਂ, ਕਿਹੜੀਆਂ ਕਿਹੜੀਆਂ ਯੋਜਨਾਵਾਂ ਦਾ ਲਾਭ ਹੈ, ਇਹ ਸਾਰਾ ਕੁਛ ਕਿਹੜਾ ਕਰਦਾ, ਨੀਤੀ ਆਯੋਗ ਸਿਲੈਕਟ ਕਰਦਾ। ਉਵੇਂ ਜਿਵੇਂ ਗੋਆ ਨੇ ਆਪਦਾ ਇੱਕ ਅਲੱਗ ਥਿੰਕ ਟੈਂਕ ਬਣਾਇਆ ਹੈਗਾ, ਉਹਦਾ ਨਾਮ ਕੀ ਹੈ, ਗਿਫਟ। ਗਿਫਟ ਦੇ ਵਿੱਚ ਨਾਂ ਤੋਂ ਹੀ ਕਨਫਰਮ ਹੋ ਗਿਆ ਗੋਆ। ਤਾਂ ਕਿਹੜੇ ਰਾਜ ਨੇ ਸ਼ੁਰੂ ਕੀਤਾ ਹੈਗਾ, ਗੋਆ, ਮਣੀਪੁਰ, ਝਾਰਖੰਡ, ਗੁਜਰਾਤ ਦਾ ਤੁਹਾਨੂੰ ਸਿੱਧੀ ਪਤਾ ਹੈਗਾ, ਤਾਂ ਗੋਆ ਹੀ ਸ਼ੁਰੂ ਕਰੂਗੀ, ਠੀਕ ਹੈ। ਇਸਾਕ ਹਰਜੋਗ ਹੈਜ਼ ਬੀਨ ਇਲੈਕਟਡ ਐਜ਼ ਦਾ ਨਿਊ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਇਸਾਕ ਨੂੰ ਕਿਹਦਾ ਭਾਈ ਲਾਤਾ, ਨਵਾਂ ਪ੍ਰੈਜ਼ੀਡੈਂਟ ਲਾਤਾ ਇਹਨੂੰ, ਕਿਹਦਾ ਲਾਤਾ, ਨਾਂ ਤੋਂ ਕਨਫਰਮ ਹੋਈ ਜਾਂਦਾ ਸਾਰਾ ਕੁਛ ਇਹਦੇ ਤੋਂ। ਅਰਜਨਟੀਨਾ, ਸਪੇਨ, ਇਜ਼ਰਾਈਲ ਕਿ ਚਾਈਲ। ਤਾਂ ਨਾਂ ਕੀ ਤੋਂ ਕਨਫਰਮ ਹੁੰਦਾ ਗਾ, ਇਜ਼ਰਾਈਲ ਕਨਫਰਮ ਹੋ ਰਿਹਾ, ਨਾਂ ਤੋਂ ਤਾਂ ਐਂ ਲੱਗਦਾ ਇਜ਼ਰਾਈਲ ਹੀ ਹੈ ਭਾਈ ਇਹਦਾ ਆਨਸਰ, ਠੀਕ ਹੈ। ਹੁਣ ਚੱਲਦੇ ਆਪਾਂ ਅਗਲੇ 'ਤੇ। ਵਿਚ ਸਟੇਟ ਗਵਰਨਮੈਂਟ ਡਿਵੈਲਪ ਆਕਸੀਬੈਨ। ਕਹਿੰਦੇ ਕਿਹੜੀ ਸਟੇਟ ਗਵਰਨਮੈਂਟ ਹੈਗੀ, ਦੇਖੋ ਆਕਸੀਬੈਨ ਇਹ ਕਿਹਨੇ ਚਲਾਈ ਹੈ ਭਾਈ, ਇਹਨੇ ਕੀ ਚਲਾਈ ਹੈ। ਆਕਸੀਬੈਨ ਦੇ ਵਿੱਚ ਕੀ ਹੈਗਾ, ਇੱਕ ਜੰਗਲ ਬਣਾਇਆ ਜਾਊਗਾ ਅਲੱਗ, ਜਿਹਦੇ ਵਿੱਚ ਉਹ ਦਰਖਤ ਲਗਾਏ ਜਾਣਗੇ ਜਿਹੜੇ ਕਿ ਆਪਾਂ ਨੂੰ ਆਕਸੀਜਨ ਦੇਣਗੇ, ਠੀਕ ਹੈ, ਆਕਸੀਜਨ ਦੇਣਗੇ ਆਪਾਂ ਨੂੰ, ਆਪਣੇ ਸੈਰ ਕਰਨ ਵਾਸਤੇ ਅਲੱਗ ਹੋਣਗੇ, ਜਿਹੜੇ ਆਪਣੇ ਬਿਮਾਰੀਆਂ ਤੋਂ ਬਚਾਉਣ ਵਾਲੇ ਅਲੱਗ ਹੋਣਗੇ। ਇਹ ਸਾਰਾ ਕੁਝ ਵਿੱਚ ਸਟੇਟ ਗਵਰਨਮੈਂਟ ਨੇ ਕਿਹੜੀ ਨੇ ਲਾਈਆਂ ਇਹ ਚੀਜ਼ਾਂ, ਸਿੱਕਮ, ਵੈਸਟ ਬੰਗਾਲ, ਉੱਤਰਾਖੰਡ ਕੇ ਹਰਿਆਣਾ। ਤਾਂ ਇਹ ਕੰਮ ਕਰ ਰਿਹਾ ਆਕਸੀਬੈਨ ਵਾਲਾ ਹਰਿਆਣਾ ਕਰ ਰਿਹਾ ਹੈਗਾ। ਵੈਰੀ ਵੈਰੀ ਇੰਪੋਰਟੈਂਟ ਆਪਰੇਸ਼ਨ ਹੈ, ਕਿਉਂਕਿ ਆਪਣਾ ਕੋਈ ਵੀ ਗਵਾਂਢੀ ਦੇਸ਼ ਹੈ, ਤਾਂ ਕੋਈ ਵੀ ਆਪਣਾ ਗਵਾਂਢੀ ਰਾਜ ਹੈ, ਇਹਨਾਂ ਦੋਵਾਂ ਦੇ ਕੋਈ ਵੀ ਕਰੰਟ ਅਫੇਅਰ ਹੁੰਦਾ ਤਾਂ ਤੁਸੀਂ ਛੱਡਣੀ ਨਹੀਂ, ਅਤੇ ਖਾਸ ਕਰਕੇ ਜੰਮੂ ਕਸ਼ਮੀਰ ਅਤੇ ਲਦਾਖ ਦੇ ਤਾਂ ਜਮੀ ਨਹੀਂ ਛੱਡਣਾ, ਠੀਕ ਹੈ। ਰਿਪਲੈਸ ਬੋਰਡ ਵਾਲਿਆਂ ਦਾ ਬਹੁਤ ਪਿਆਰ ਇਹਨਾਂ ਨਾਲ। ਇਹਨਾਂ ਵਿੱਚੋਂ ਕਿਹੜਾ ਟੈਨਿਸ ਖਿਡਾਰੀ ਹੈ ਜਿਸ ਨੇ ਆਪਣੇ ਆਪ ਨੂੰ ਫ੍ਰੈਂਚ ਓਪਨ ਦੇ ਵਿੱਚੋਂ ਵਿਦਡਰਾਅ ਕਰ ਲਿਆ ਭਾਈ, ਕੋਵਿਡ-19 ਕਰਕੇ ਇਹਨੇ ਆਪਦੇ ਆਪ ਨੂੰ ਵਿਦਡਰਾਅ ਕਰ ਲਿਆ ਸੀ ਕਿ ਭਾਈ ਮੈਂ ਨਹੀਂ ਖੇਡਦਾ, ਠੀਕ ਹੈ। ਕਿਹੜਾ ਇਹ, ਰੋਜਰ ਫੈਡਰਰ, ਰਫਾਲ ਨਡਾਲ, ਡੋਮਿਨਿਕ ਥੀਮ ਕਿ ਨੋਵਾਕ ਡਿਜੋਕੋਵਿਕ। ਤਾਂ ਇਹ ਹੈਗਾ ਗਾ ਰੋਜਰ ਫੈਡਰਰ। ਇੱਕ ਆਪਰੇਸ਼ਨ ਹੋਰ ਆ ਸਕਦਾ ਹੈ ਕਿ ਬੰਦਿਆਂ ਦੇ ਵਿੱਚੋਂ ਤਾਂ ਇਹਨੇ ਕੱਢਿਆ ਸੀ ਆਪਦੇ ਆਪ ਨੂੰ, ਅਤੇ ਵੂਮੈਨ ਦੀ ਕੈਟਾਗਰੀ 'ਚੋਂ ਵੀ ਕਿਸੇ ਨੇ ਕੱਢਿਆ ਸੀ ਆਪਦੇ ਆਪ ਨੂੰ। ਉਹਦਾ ਨਾਮ ਕੀ ਹੈ, ਉਹਦਾ ਨਾਮ ਹੈਗਾ ਅਜ਼ੂਮੀ ਅਸਾਕਾ। ਕਿੱਥੋਂ ਦੀ ਹੈ ਇਹ, ਤੁਸੀਂ ਦੱਸਣਾ, ਜਾਪਾਨ ਦੀ ਹੈ ਤਾਂ ਕਿਤੋਂ ਹੋਰ ਦੀ ਹੈ, ਦੱਸਿਓ। ਹੂ ਹੈਜ਼ ਬੀਕਮ ਦਾ ਫਸਟ ਫ੍ਰੈਂਚ ਨੋਵਲਿਸਟ ਟੂ ਵਿਨ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ 2021। ਪਹਿਲਾ ਬੰਦਾ ਭਾਈ ਇਹ ਫ੍ਰੈਂਚ ਜਿਹਨੇ ਨੋਵਲਿਸਟ ਜਿੱਤਿਆ ਗਾ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਦੇ ਵਿੱਚੋਂ। ਵੈਰੀ ਵੈਰੀ ਇੰਪੋਰਟੈਂਟ। ਕੀ ਨਾਮ ਹੈ ਇਹਦਾ, ਸਟੀਵ ਲਿਓਨਡੇ, ਐਨ ਡੇਵਰੋਡੇ, ਡੇਵਿਡ ਆਈਪ ਜਾਂ ਨਨ ਆਫ ਦੀਜ਼। ਕਿਹੜਾ ਇਹਨਾਂ ਦੇ ਵਿੱਚੋਂ ਦੱਸੋ ਜੀ। ਤਾਂ ਇਹ ਹੈਗਾ ਆਪਣਾ ਬਹੁਤ ਹੀ ਫੇਮਸ ਸੀ ਨੰਬਰ ਆਪਸ਼ਨ, ਬਹੁਤ ਚਰਚਾ ਹੋਈ ਹੈ ਜੀ, ਕਿਉਂਕਿ ਪਹਿਲਾ ਬੰਦੀ ਬਣਿਆ ਇਹ ਡੇਵਿਡ ਡਾਇਪ। ਦੇਖੋ ਇਹ ਕਰੰਟ ਅਫੇਅਰ SSC GD ਪੰਜਾਬ ਦਾ ਕੋਈ ਵੀ ਬੱਚੇ ਨੇ ਐਗਜ਼ਾਮ ਦੇਣਾ, ਆਲ ਐਗਜ਼ਾਮ ਪੰਜਾਬ ਦਾ, ਕੋਈ ਸੈਂਟਰ ਦਾ, ਕੋਈ ਬੈਂਕ ਦਾ, ਸਾਰਿਆਂ ਵਾਸਤੇ ਇੰਪੋਰਟੈਂਟ ਹੈ ਕਰੰਟ ਅਫੇਅਰ। ਅਤੇ ਜਿਹੜੇ ਬੱਚੇ ਨਵੇਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਭਾਈ ਪਿਛਲੀ ਵਾਰ ਕਰੰਟ ਅਫੇਅਰ ਆਪਣੇ ਕਰਵਾਏ ਹੋਏ 'ਚੋਂ ਆਏ ਸੀ ਲਗਭਗ 80 ਤੋਂ 90% ਸੇਮ ਟੂ ਸੇਮ, ਰਕਮਾਂ ਵੀ ਨਹੀਂ ਬਦਲੀਆਂ ਸੀ ਪੇਪਰਾਂ ਦੇ ਵਿੱਚ। ਜੇ ਕਿਸੇ ਬੱਚੇ ਨੂੰ ਕੋਈ ਲੱਗਦਾ ਹੈਗਾ ਕਹਿੰਦਾ, ਇੱਕ ਆਪਣੇ ਚੈਨਲ 'ਤੇ ਜਾਓ, ਕਮਿਊਨਿਟੀ ਦੇ ਵਿੱਚ ਜਾਇਓ, ਉੱਥੇ ਮੈਂ ਤੁਹਾਨੂੰ ਨਾਲ ਕੰਪੇਅਰ ਵੀ ਕਰਿਆ ਹੋਇਆ, ਠੀਕ ਹੈ। ਤਾਂ ਬੇਫਿਕਰ ਹੋ ਕੇ ਤੁਸੀਂ ਪੜ੍ਹ ਸਕਦੇ ਹੋ। ਇੰਡੀਆ ਹੈਜ਼ ਸਿਕਿਉਰਡ ਰੈਂਕ, ਇੰਡੀਆ ਨੇ ਇੱਕ ਸਿਕਿਉਰ ਵਿੱਚ ਰੈਂਕ UN ਸਸਟੇਨੇਬਲ ਡਿਵੈਲਪਮੈਂਟ ਗੋਲ 2030 ਏਜੰਡਾ। ਕਹਿੰਦੇ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਦਾ ਗੋਲ ਸੀ 2030 ਦਾ ਏਜੰਡਾ ਲੈ ਕੇ ਚੱਲੀ ਸੀ ਆਪਣੇ UN ਵੱਲੋਂ, ਇਹ ਦਿੱਤੀ ਜਾਂਦਾ ਟਾਸਕ ਦਿੱਤਾ ਜਾਂਦਾ UN ਵੱਲੋਂ ਕਿ ਇੰਡੀਆ ਨੇ ਕਿਹੜਾ ਰੈਂਕ ਹਾਸਲ ਕੀਤਾ ਗਾ। 193 ਦੇਸ਼ਾਂ ਦੀ ਲਿਸਟ ਕੱਢੀ ਗਈ ਸੀ, ਜਿਹਦੇ ਵਿੱਚੋਂ ਇੰਡੀਆ ਦਾ ਰੈਂਕ ਕਿੰਨਾ, 112, 117, 124 ਕਿ 130। ਤਾਂ ਇਹਨਾਂ ਦਾ ਰੈਂਕ ਹੈਗਾ ਆਪਣਾ 117, ਠੀਕ ਹੈ। ਹੁਣ ਬੱਚੇ ਕਹਿਣਗੇ ਕਿ ਕੀ ਹੁੰਦਾ ਸਸਟੇਨੇਬਲ। ਸਸਟੇਨੇਬਲ ਇਹ ਹੁੰਦਾ ਕਿ 17 ਟਾਸਕ ਦਿੱਤੇ ਜਾਂਦੇ ਆ,
ਕਿੰਨੇ ਟਾਸਕ ਦਿੱਤੇ ਜਾਂਦੇ 17 ਟਾਸਕ ਦਿੱਤੇ ਜਾਂਦੇ, ਜਿਹਦੇ ਵਿੱਚ ਗਵਰਨਮੈਂਟ ਕਹਿੰਦੀ ਹੈ, UN ਕਹਿੰਦੀ ਹੈ ਕਿ ਭਾਈ ਤੁਸੀਂ ਇਹ ਚੀਜ਼ਾਂ ਦੇ ਵਿੱਚ ਪਰਫੈਕਟ ਹੋਣਾ ਹੈ। ਕਿਤੇ ਲਿਟਰੇਸੀ ਰੇਟ ਜ਼ਿਆਦਾ ਹੈ, ਕਿਤੇ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ, ਕਿਤੇ ਸਹੂਲਤ ਦੇਣੀ ਹੈ ਲੋਕਾਂ ਨੂੰ, ਠੀਕ ਹੈ, ਖਾਣਾ ਵਧੀਆ ਕਿੱਥੇ ਮਿਲਦਾ ਗਾ, ਇਹ ਸਾਰੀਆਂ ਚੀਜ਼ਾਂ ਦਾ ਜੋੜ ਕੇ 17 ਗੋਲ ਦਿੱਤੇ ਜਾਂਦੇ ਆ। ਤਾਂ 17 ਗੋਲ ਦੇ ਵਿੱਚੋਂ ਜਿਹੜਾ ਕੋਈ ਸਭ ਤੋਂ ਪਰਫੈਕਟ ਮੰਨਿਆ ਜਾਂਦਾ ਹੈਗਾ ਤਾਂ ਉਹਦਾ ਲਿਸਟ ਦੇ ਵਿੱਚ ਨਾਂ ਕੀਤਾ ਜਾਂਦਾ। ਆਪਣਾ ਰੈਂਕ ਕੋਈ ਬਾਹਲਾ ਵਧੀਆ ਨਹੀਂ ਆਇਆ, 193 ਦੇਸ਼ਾਂ ਦੇ ਵਿੱਚੋਂ 17ਵਾਂ ਰੈਂਕ ਹੀ ਆਪਣਾ, ਠੀਕ ਹੈ। ਵਿੱਚ ਇੰਡੀਅਨ ਸਟੇਟ ਇਜ਼ ਔਨ ਟੋਪ ਔਨ ਯੂਨਾਈਟਡ ਨੇਸ਼ਨ ਇਜ਼ ਸਸਟੇਨੇਬਲ ਡਿਵੈਲਪਮੈਂਟ ਗੋਲ 2030 ਏਜੰਡੇ ਦੇ ਵਿੱਚੋਂ ਪਹਿਲ ਨੰਬਰ 'ਤੇ ਕਿਹੜਾ ਆਇਆ ਆਪਣਾ? ਪਹਿਲ 'ਤੇ ਪੁੱਛ ਰਹੇ ਨੇ ਜਿਹੜੀ ਲਿਸਟ ਲਾਂਚ ਕੀਤੀ ਹੈ, ਇਹਦੇ ਵਿੱਚੋਂ ਇੰਡੀਆ ਦੀ ਕਿਹੜੀ ਸਟੇਟ ਹੈ ਜਿਹੜੀ ਪਹਿਲ ਨੰਬਰ 'ਤੇ ਆਈ ਹੈ? ਕੇਰਲਾ, HP, ਚੰਡੀਗੜ੍ਹ ਕਿ ਹਰਿਆਣਾ? ਤਾਂ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਆਪਣਾ ਕੇਰਲਾ। ਜਿਹੜੀ ਕੇਰਲਾ ਸਟੇਟ ਆ ਭਾਈ ਉਹ ਆਈ ਹੈ ਆਪਣੀ ਪਹਿਲ ਨੰਬਰ 'ਤੇ ਆਈ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਜਿਹੜਾ ਭਾਈ HP ਹੈ, HP ਹਿਮਾਚਲ ਪ੍ਰਦੇਸ਼ ਕਿੰਨੇ ਨੰਬਰ 'ਤੇ ਆਏਗਾ? ਦੂਸਰੇ ਨੰਬਰ 'ਤੇ ਆਇਆ। ਅਤੇ ਚੰਡੀਗੜ੍ਹ ਕਿੰਨੇਵੇਂ ਨੰਬਰ 'ਤੇ ਆਇਆ? ਤੀਜੇ ਨੰਬਰ 'ਤੇ ਆਇਆ। ਇਹ ਗੱਲ ਵੀ ਤੁਸੀਂ ਯਾਦ ਰੱਖਿਓ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਰੀਸੈਂਟਲੀ ਐਨਰੂਡ ਜੁਗਨਾਥ ਹੈਜ਼ ਪਾਸਡ ਆਵੇ, ਭਾਈ ਇਹਦੀ ਡੈਥ ਹੋ ਗਈ। ਹੀ ਹੈਜ਼ ਬੀਨ ਫਾਰਮਰ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਵੀ ਰਹੇ ਆ ਇਹ, ਪ੍ਰੈਜ਼ੀਡੈਂਟ ਵੀ ਰਹੇ ਆ। ਕਿਹੜੀ ਕੰਟਰੀ ਰਹੇ ਆ? ਸਿੰਗਾਪੁਰ, ਮੌਰੀਸ਼ੀਅਸ, ਨੇਪਾਲ, ਮਾਲਦੀਪ। ਦੱਸੋ ਜੀ ਕਿੱਥੋਂ ਦੇ ਰਹੇ ਆ? ਇਹ ਰਹੇ ਆ B ਨੰਬਰ ਆਪਸ਼ਨ ਦੇ, ਠੀਕ ਹੈ, ਇਹਦੇ ਰਹੇ ਹੈਗੇ। ਗੱਲ ਯਾਦ ਰੱਖਣੀ ਹੈ। ਸਿੰਗਾਪੁਰ ਦੀ ਰਾਜਧਾਨੀ ਕੀ ਹੈ? ਸਿੰਗਾਪੁਰ ਸਿਟੀ। ਨੇਪਾਲ ਦੀ ਕੀ ਹੈ? ਕਾਠਮੰਡੂ। ਮਾਲਦੀਪ ਦੀ ਕੀ ਹੈ? ਮਾਲੀ। ਇਹਦੀ ਕੀ ਹੈ? ਪੋਰਟ ਲੁਈਸ, ਠੀਕ ਹੈ। ਕਿਸ ਰਾਜ ਦੇ ਦੁਆਰਾ ਜਹਾਂ ਵੋਟ ਵਹਾਂ ਵੈਕਸੀਨੇਸ਼ਨ ਕੰਪੇਨ ਸ਼ੁਰੂ ਕੀਤੀ ਗਈ ਹੈ? ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈਗਾ। ਕਿਹੜੀ ਭਾਈ ਰਾਜ ਹੈ ਜਾਂ ਕਿਹੜੀ ਯੂਟੀ ਹੈ ਜਾਂ ਕਿਹੜੀ ਸਟੇਟ ਹੈ ਜਿਹਨੇ ਗੱਲ ਕਹੀ ਹੈ ਭਾਈ ਜਹਾਂ ਵੋਟ ਵਹਾਂ ਵੈਕਸੀਨੇਸ਼ਨ ਕੰਪੇਨ ਸ਼ੁਰੂ ਕੀਤੀ ਹੈ? ਇਹ ਕੰਪੇਨ ਸ਼ੁਰੂ ਕੀਤੀ ਹੈ ਆਪਣੇ ਦਿੱਲੀ, ਪੰਜਾਬ, ਰਾਜਸਥਾਨ, ਤੇਲੰਗਾਨਾ। ਤੇਲੰਗਾਨਾ ਆਪਣੀ 29ਵੀਂ ਸਟੇਟ ਸੀ, ਐਂਡ ਵਾਲੀ ਸਟੇਟ ਸੀ ਪਹਿਲਾਂ। ਇਹ ਵੀ ਗੱਲ ਯਾਦ ਰੱਖਣੀ ਹੈ, ਠੀਕ ਹੈ। ਤਾਂ ਭਾਈ ਇਹਦਾ ਆਨਸਰ ਹੈਗਾ ਆਪਣਾ ਦਿੱਲੀ, ਠੀਕ ਹੈ। ਦਿੱਲੀ ਦਾ CM ਕੌਣ ਹੈ? ਅਰਵਿੰਦ ਕੇਜਰੀਵਾਲ। ਆਪ ਪਾਰਟੀ ਹੈ ਭਾਈ ਇੱਥੇ। ਵਿੱਚ ਕੰਪਨੀ ਹੈਜ਼ ਬੀਨ ਫਾਈਨ, ਕਹਿੰਦੇ ਕਿਹੜੀ ਕੰਪਨੀ ਹੈ ਜਿਹਦੇ 'ਤੇ ਫਾਈਨ ਲਾਤਾ $268 ਮਿਲੀਅਨ ਦਾ ਫੋਰ ਮਿਸਯੂਜ਼ ਕੀਤਾ ਇਹਨਾਂ ਨੇ ਕਾਹਦਾ? ਡਿਜੀਟਲ ਐਡਵਰਟਾਈਜ਼ਮੈਂਟ ਪਾਵਰ। ਦੇਖੋ ਹੁਣ ਆਪਾਂ YouTube 'ਤੇ ਵੀਡੀਓ ਚਲਾਉਂਦੇ ਹਾਂ, ਆਪਣੇ ਵੀਡੀਓ ਦੇ ਮੂਹਰੇ ਜਿਹੜੀਆਂ ਐਡ ਚੱਲਦੀਆਂ ਉਵੇਂ ਜਿਵੇਂ ਐਡਾਂ ਇਹਨਾਂ ਨੇ ਚਲਾਈਆਂ ਆਪਦੀਆਂ। ਕਿੱਥੇ ਚਲਾਈਆਂ ਸੀ? ਫਰਾਂਸ ਦੇ ਵਿੱਚ। ਫਰਾਂਸ ਦੀ ਸਰਕਾਰ ਹੈ ਜਿਹੜੀ, ਉਹਨਾਂ ਨੇ ਇਹਨਾਂ 'ਤੇ ਫਾਈਨ ਕੀਤਾ ਗਾ, ਠੀਕ ਹੈ। ਤਾਂ ਉੱਥੇ ਇਹਨਾਂ ਨੇ ਮਿਸਯੂਜ਼ ਕੀਤਾ ਗਾ, ਉੱਥੋਂ ਦੇ ਮਤਲਬ ਜਿਹੜੇ ਲੋਕਾਂ ਨੂੰ ਉਹਨੂੰ ਹਾਰਟ ਹੋਈਆਂ ਉਹ ਚੀਜ਼ਾਂ। ਤਾਂ ਇਹ ਕਿਤੇ ਕੀਤਾ ਗਾ? ਕਿਹਦੇ ਕੀਤਾ ਹੈ ਭਾਈ? ਇਹ ਕੀਤਾ ਗਾ ਗੂਗਲ ਨੇ। ਇਹ ਗੱਲ ਯਾਦ ਰੱਖਣੀ ਹੈ। ਫੇਸਬੁੱਕ ਦੇ ਵਿੱਚ ਕੋਈ ਨਹੀਂ ਪਿਆ, ਟਵਿੱਟਰ, ਮਾਈਕਰੋਸੋਫਟ, ਗੂਗਲ। ਇਹਦਾ ਆਨਸਰ ਹੈ ਬਿਲਕੁਲ D ਨੰਬਰ ਆਪਸ਼ਨ, D। ਅਤੇ ਕਦੋਂ ਬਣੀ ਸੀ ਗੂਗਲ? 1998 ਦੇ ਵਿੱਚ। ਸੁੰਦਰ ਪਿਚਾਈ ਇਹਦਾ ਕੀ ਹੈਗਾ? ਆਪਣਾ CEO ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। UPHRS UP ਉੱਤਰ ਪ੍ਰਦੇਸ਼ ਹਿਊਮਨ ਰਾਈਟ ਕਮਿਸ਼ਨ ਦੇ ਨਵੇਂ ਚੇਅਰਮੈਨ ਕੌਣ ਹਨ? AK ਰਾਜਦੀਪ, ਬਾਲ ਕ੍ਰਿਸ਼ਨਾ, ਪ੍ਰਮੋਦ ਡੀ ਪਾਟਿਲ, ਕੇਸ਼ਵ ਲਾਲ ਗਿਰਦਾਰ। ਦੇਖੋ ਇਹਦਾ ਪ੍ਰਸ਼ਨ ਇੱਕ ਵਾਰੀ ਪੇਪਰ 'ਚ ਆਇਆ ਸੀ, SSD ਵਿੱਚ GD ਦੇ ਪੇਪਰ ਵਿੱਚ ਪੁੱਛਿਆ ਗਿਆ ਸੀ ਕਿ ਜਿਹੜਾ ਇਹ ਆਪਣਾ ਹਿਊਮਨ ਰਾਈਟ ਕਮਿਸ਼ਨ ਹੁੰਦਾ ਕਿਸੇ ਵੀ ਸਟੇਟ ਦਾ, ਚਾਹੇ ਪੰਜਾਬ ਦਾ, UP ਦਾ, ਹਰਿਆਣੇ ਦਾ, ਤਾਮਿਲ ਦਾ, ਕਨਾਡੂ ਦਾ, ਕਿਤੋਂ ਦਾ ਵੀ ਹੈ, ਗੱਲ ਮੁੱਕਦੀ ਹੈ ਕਿਤੋਂ ਦੇ ਵੀ ਹੈ, ਤਾਂ ਉਹਦਾ ਕਾਰਜਕਾਲ ਕਿੰਨਾ ਹੋਊਗਾ? ਤਾਂ ਉਹਦਾ ਕਾਰਜਕਾਲ ਹੋਊਗਾ 5 ਸਾਲ ਦਾ। ਇਹ ਗੱਲ ਯਾਦ ਰੱਖਿਓ। ਅਤੇ ਇਹ UP ਦਾ ਚੇਅਰਮੈਨ ਕਿਹਨੂੰ ਲਾਤਾ ਭਾਈ? ਇਹ ਲਾਤਾ B ਨੰਬਰ ਆਪਸ਼ਨ ਨੂੰ, ਬਾਲ ਕ੍ਰਿਸ਼ਨਾ। ਪਿੰਕ ਬੂਥ COVID-19 ਦੇ ਲਈ ਕਿਸ ਰਾਜ ਸਰਕਾਰ ਨੇ ਬਣਾਏ ਹਨ? ਪਿੰਕ ਬੂਥ ਮਤਲਬ ਇਹ ਕੀ ਹੈ? ਇੱਕ ਬੂਥਾਂ ਜਿਹੀਆਂ ਬਣਾਈਆਂ ਗਈਆਂ, ਜਿਵੇਂ ਆਪਾਂ ਵੋਟਾਂ ਵੇਲੇ ਨਹੀਂ ਬੂਥਾਂ ਹੁੰਦੀਆਂ, ਇੰਨੇ ਬੂਥ ਨੰਬਰ, ਉਵੇਂ ਜਿਵੇਂ ਇਸ ਤਰ੍ਹਾਂ ਦੀਆਂ ਬੂਥਾਂ ਬਣਾਈਆਂ ਹੋਈਆਂ। ਉਹਦੇ ਵਿੱਚ ਸਾਰਾ ਰੰਗ ਪਰਦਿਆਂ 'ਤੇ ਵੀ ਅਤੇ ਮੇਜ਼ 'ਤੇ ਵੀ A to Z ਸਾਰੀਆਂ ਗੱਲਾਂ 'ਤੇ ਚੀਜ਼ਾਂ 'ਤੇ ਪਿੰਕ ਕਲਰ ਕੀਤਾ ਗਿਆ ਹੈਗਾ, ਜਿੱਥੇ COVID-19 ਵੈਕਸੀਨ ਲਗਾਈ ਜਾਂਦੀ ਸੀ। ਕਹਿੰਦੇ ਇਹ ਜਿਹੜਾ ਕੰਮ ਕੀਤਾ ਗਿਆ ਇਹ ਕਿਹੜੀ ਸਟੇਟ ਨੇ ਕੀਤਾ ਹੈਗਾ? UP ਨੇ ਕੀਤਾ। ਉੱਤਰ ਪ੍ਰਦੇਸ਼ ਹੈ UP ਦਾ ਮਤਲਬ, MP ਦਾ ਮਤਲਬ ਮੱਧ ਪ੍ਰਦੇਸ਼, ਗੋਆ ਕਿ ਮਣੀਪੁਰ? ਤਾਂ ਇਹ ਕੀਤਾ ਭਾਈ A ਨੰਬਰ ਆਨਸਰ ਆਪਣਾ, UP ਨੇ ਕੰਮ ਕਰਿਆ ਹੈਗਾ, ਠੀਕ ਹੈ। ਕਿਹਨੇ ਕਰਿਆ ਇਹ ਕੰਮ? UP ਨੇ ਕਰਿਆ। ਚਲੋ ਚੱਲਦੇ ਹਾਂ ਹੁਣ ਆਪਾਂ ਅਗਲੇ ਪ੍ਰਸ਼ਨ 'ਤੇ। ਵੈਰੀ ਵੈਰੀ ਇੰਪੋਰਟੈਂਟ। ਹੂ ਹੈਵ ਓਬਜ਼ਰਵ ਵਿੱਚ ਕੋਰੋਨੇਸ਼ਨ ਸਰਮਨੀ ਆਫ ਦਾ ਛਤਰਪਤੀ ਸ਼ਿਵਾਜੀ ਮਹਾਰਾਜ। ਜਿਹੜੇ ਆਪਣੇ ਛਤਰਪਤੀ ਸ਼ਿਵਾਜੀ ਮਹਾਰਾਜ ਆ ਉਹਨਾਂ ਦੀ ਐਤਕੀ ਕਿੰਨਵੀਂ ਸੈਰੇਮਨੀ ਮਨਾਈ ਗਈ ਹੈ? 330ਵੀਂ, 336ਵੀਂ, 341ਵੀਂ ਕਿ 348ਵੀਂ? ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ।
ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਲਾਇਆ ਡੀ ਨੰਬਰ ਆਪਸ਼ਨ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ ਭਾਈ। ਠੀਕ ਹੈ। ਵੀ ਹੈਵ ਓਬਜ਼ਰਵ ਵਰਲਡ ਫੂਡ ਸੇਫਟੀ ਡੇ ਕਿਸ ਦਿਨ ਮਨਾਇਆ ਜਾਂਦਾ? ਬਹੁਤ ਵਾਰੀ ਕਰਵਾਤਾ ਭਾਈ ਇਹ ਤਾਂ ਮੈਂ ਤੁਹਾਨੂੰ। ਵਰਲਡ ਫੂਡ ਸੇਫਟੀ ਡੇ ਕਿਸ ਦਿਨ ਮਨਾਇਆ ਜਾਂਦਾ? ਇਸ ਨੂੰ ਉਹਦੇ 'ਚ ਵੀ ਕਰਵਾ ਕੇ ਗਏ ਆਪਣੇ ਇੰਪੋਰਟੈਂਟ ਡੇ ਵਾਲੇ ਦੇ ਵਿੱਚ। ਤਾਂ ਇਹ ਮਨਾਇਆ ਜਾਂਦਾ ਆਪਣਾ 7 ਜੂਨ ਨੂੰ ਮਨਾਇਆ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਅਤੇ ਥੀਮ ਵੀ ਜ਼ਰੂਰ ਯਾਦ ਰੱਖ ਲਿਓ। ਇਹਦਾ ਥੀਮ ਕੀ ਹੈਗਾ? ਸੇਫ ਫੂਡ ਟੂਡੇ ਫੋਰ ਏ ਹੈਲਥੀ ਟਮਾਰੋ। ਕਹਿੰਦੇ ਆਪਾਂ ਨੂੰ ਸੇਫ ਫੂਡ ਖਾਣਾ ਚਾਹੀਦਾ ਅੱਜ। ਜੇ ਆਪਾਂ ਸੇਫ ਫੂਡ ਖਾਵਾਂਗੇ, ਵਧੀਆ ਫੂਡ ਖਾਵਾਂਗੇ ਬਿਨਾਂ ਮਿਲਾਵਟ ਵਾਲਾ, ਤਾਂ ਕੱਲ੍ਹ ਨੂੰ ਵੀ ਆਪਾਂ ਹੈਲਥੀ ਰਹਾਂਗੇ। ਠੀਕ ਹੈ। ਤਾਂ ਥੀਮ ਇਹ ਹੈ। ਤਾਂ ਐਜ਼ ਇਟ ਯਾਦ ਕਰ ਲੈਣਾ ਇਹ। ਇਸ ਤੋਂ ਬਾਅਦ ਵੀ ਹੈਵ ਓਬਜ਼ਰਵ ਵਰਲਡ ਓਸ਼ਨ ਡੇ ਇਨ ਵਿਚ ਡੇਟ ਕਦੋਂ ਮਨਾਇਆ ਜਾਂਦਾ? ਵਰਲਡ ਓਸ਼ਨ ਡੇ 10 9 8 7। ਤਾਂ ਬਾਹਲੀ ਜਨਤਾ ਆਨਸਰ ਲਾ ਕੇ ਆਊਗੀ ਨਾ 9। ਠੀਕ ਹੈ। ਪਰ ਇਹਦਾ ਆਨਸਰ 9 ਨਹੀਂ ਹੈਗਾ, ਕਿਉਂਕਿ ਬਹੁਤ ਬੱਚੇ ਪਿਛਲੀ ਵਾਰ ਵੀ ਬਹੁਤ ਬੱਚੇ 9 ਲਾ ਕੇ ਆਏ ਸੀ। ਇਹਨੂੰ ਤੁਸੀਂ ਟ੍ਰਿਕ ਨਾਲ ਯਾਦ ਕਰ ਲਓ। ਓਸ਼ਨ ਹੈ ਨਾ, ਓਸ਼ਨ ਨੂੰ ਐਂ ਕਰ ਲਿਓ। ਠੀਕ ਹੈ। ਤਾਂ 8 ਜੂਨ ਇਹਦਾ ਬਿਲਕੁਲ ਸਹੀ ਆਨਸਰ ਹੈ। ਭਾਰਤ ਨੂੰ ਯੂਨਾਈਟਿਡ ਨੈਸ਼ਨਲ ਇਕੋਨੋਮਿਕ ਐਂਡ ਸੋਸ਼ਲ ਕੌਂਸਲ ਦੇ ਵਿੱਚ ਕਿੰਨੇ ਸਾਲ ਤੱਕ ਇਲੈਕਟ ਕੀਤਾ ਗਿਆ ਹੈਗਾ? ਆਪਣੇ ਵਾਲੇ ਨੂੰ ਲਾ ਲਿਆ ਹੁਣ ਯੂਐਨ ਦੇ ਵਿੱਚ ਆਪਰੇਸ਼ਨ ਬਣ ਗਿਆ ਬਹੁਤ ਹਾਈਲਾਈਟਡ 101%। ਜੇ ਕੋਈ ਵਧੀਆ ਬੰਦਾ ਪੇਪਰ ਪਾਉਂਦਾ ਨਾ ਤਾਂ ਇਹ ਪੋਜੀਸ਼ਨ ਪਾਊਗਾ। ਤਾਂ ਇਹ ਕੀਤਾ ਗਿਆ ਹੈਗਾ 2022 ਤੋਂ 23 ਤੋਂ 24 23 25 24 ਕਿ 27। ਤਾਂ ਇਹਦਾ ਆਨਸਰ ਬਿਲਕੁਲ ਸਹੀ ਹੈਗਾ ਸੀ ਨੰਬਰ ਆਪਸ਼ਨ। 2024 ਤੱਕ ਕਿੱਥੋਂ ਤੋਂ ਲੈ ਕੇ 2022 ਤੋਂ ਲੈ ਕੇ 2024 ਤੱਕ ਇੰਡੀਆ ਨੂੰ ਕੀ ਕੀਤਾ? ਇਹਨਾਂ ਨੇ ECO ਦਾ ਉਹ ਲਾਤਾ, ਯੂਨਾਈਟਿਡ ਨੇਸ਼ਨ ਇਕਨੋਮਿਕਲ ਐਂਡ ਸੋਸ਼ਲ ਕੌਂਸਲ ਦਾ ਮੈਂਬਰ ਬਣਾਤਾ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਹੂ ਹੈਜ਼ ਬੀਕੌਮ ਪ੍ਰੈਜ਼ੀਡੈਂਟ ਆਫ 76ਵਾਂ ਪ੍ਰੈਜ਼ੀਡੈਂਟ ਕਿਹਨੂੰ ਲਾਤਾ? UNGA ਦਾ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ। ਵੈਰੀ ਇੰਪੋਰਟੈਂਟ ਜਨਰਲ ਅਸੈਂਬਲੀ, ਜਿਹਨੂੰ ਵਰਲਡ ਦੀ ਪਾਰਲੀਮੈਂਟ ਕਿਹਾ ਜਾਂਦਾ ਜਨਰਲ ਅਸੈਂਬਲੀ ਨੂੰ। ਠੀਕ ਹੈ। ਅਤੇ ਇਹਦੀ ਮੀਟਿੰਗ ਕਦੋਂ ਹੁੰਦੀ ਹੈ? ਸਤੰਬਰ ਦੇ ਤੀਸਰੇ ਮੰਗਲਵਾਰ ਨੂੰ ਇਹਦੀ ਮੀਟਿੰਗ ਰੱਖੀ ਗਈ ਹੈ ਨਾ ਦੁਬਾਰਾ। ਹਰ ਸਾਲ ਇੱਕ ਵਾਰੀ ਮੀਟਿੰਗ ਹੋਣੀ ਹੁੰਦੀ ਹੈ ਇਹ। ਤਾਂ ਕਿਹਨੂੰ ਲਾਤਾ ਇਹਦਾ? ਅਬਦੁੱਲਾ, ਵੋਲਕਨ, SJ ਸ਼ੰਕਰ, ਨਨ ਆਫ ਦੀਜ਼। ਤਾਂ ਜਿਹੜੇ ਬੱਚੇ ਨੇ ਆਨਸਰ ਲਾਇਆ ਹੈਗਾ ਅਬਦੁੱਲਾ ਸ਼ਾਹਿਦ, ਤਾਂ ਆਪਰੇਸ਼ਨ ਬਹੁਤ ਇੰਪੋਰਟੈਂਟ ਬਣ ਜਾਂਦਾ ਭਾਈ ਜੀ। ਹੁਣ ਆ ਗਿਆ ਆਪਾਂ ਅਗਲੇ 'ਤੇ। ਰੀਸੈਂਟਲੀ ਵਿਚ ਕੰਟਰੀ ਹੈਜ਼ ਫਾਈਨਲੀ ਵਿਦਡਰਾ ਏ ਓਪਨ ਸਕਾਈਜ਼ ਟ੍ਰੀਟੀ ਮੈਨੇ ਹੁੰਦਾ ਸਮਝੌਤਾ। ਕਹਿੰਦੇ ਕਿਹੜੀ ਕੰਟਰੀ ਆ ਜਿਹਨੇ ਨੇ ਜਿਹੜੀ ਸਕਾਈ ਟ੍ਰੀਟੀ ਕੀਤੀ ਸੀ, ਓਪਨ ਸਕਾਈ ਟ੍ਰੀਟੀ ਦੇ ਵਿੱਚ ਇਹਨਾਂ ਨੇ ਆਪਦੇ ਆਪ ਨੂੰ ਵਿਦਡਰਾ ਕਰ ਲਿਆ। ਇਹ 2 ਦੇਸ਼ਾਂ ਦੇ ਵਿਚਕਾਰ ਹੋਈ ਸੀ। ਕਿਹੜੇ? ਰਸ਼ੀਆ, US, ਫਰਾਂਸ ਕਿ ਚਾਈਨਾ? ਤਾਂ ਸਭ ਤੋਂ ਪਹਿਲਾਂ ਜਿਹਨੇ ਵਿਦਡਰਾ ਹੁਣ ਕੀਤਾ ਗਾ ਉਹ ਕਿਹੜਾ ਗਾ? ਉਹ ਹੈਗਾ ਰਸ਼ੀਆ। ਇਹ 2 ਦੇਸ਼ਾਂ ਵਿਚਾਲੇ ਹੋਈ ਸੀ, US ਅਤੇ ਰਸ਼ੀਆ ਵਿਚਾਲੇ। ਠੀਕ ਹੈ। ਕਿਉਂਕਿ ਦੋਨੇ ਹੀ ਦੇਸ਼ ਆ ਜਿਹੜੇ ਵੱਡੇ ਪੱਧਰ 'ਤੇ ਹਥਿਆਰ ਬਣਾਉਂਦੇ ਆ, USA ਵੀ ਅਤੇ ਰਸ਼ੀਆ ਵੀ। ਠੀਕ ਹੈ। ਤਾਂ USA ਤਾਂ ਪਹਿਲੀ ਇਹ ਚੀਜ਼ ਤੋਂ ਮੁੱਕਰ ਗਿਆ ਸੀ, ਵਿਦਡਰਾ ਕਰ ਲਿਆ ਸੀ ਉਹਨੇ। ਹੁਣ ਇਕੱਲਾ ਰਸ਼ੀਆ ਰਹਿ ਗਿਆ, ਅਤੇ ਰਸ਼ੀਆ ਨੇ ਵੀ ਭਾਈ ਹੁਣ ਅਨਾਊਂਸਮੈਂਟ ਕਰਤੀ ਕਿ ਸਾਡਾ ਵੀ ਇਹ ਚੀਜ਼ ਦੇ ਨਾਲ ਕੋਈ ਟ੍ਰੀਟੀ ਨਾਲ ਕੋਈ ਸੰਬੰਧ ਨਹੀਂ ਹੈਗਾ। ਠੀਕ ਹੈ। ਇਹ ਟ੍ਰੀਟੀ ਕਰੀ ਗਈ ਸੀ ਸ਼ਾਇਦ 1992 ਦੇ ਨੇੜੇ ਕੀਤੀ ਗਈ ਸੀ ਟ੍ਰੀਟੀ। ਠੀਕ ਹੈ। ਅਤੇ ਇਹਦੇ ਵਿੱਚ ਕੀ ਚੱਕਰ ਸੀ? ਇਹਦੇ 'ਚ ਇਹ ਚੱਕਰ ਸੀ ਕਿ ਭਾਈ ਆਪਾਂ ਇੱਕ ਦੂਸਰੇ ਦੇ ਜਿੱਥੇ ਕਿ ਸਕਾਈ ਆਪਣੀ ਸਕਾਈ ਬਾਉਂਡਰੀ ਹੈ, ਅਸਮਾਨ ਦੀ ਬਾਉਂਡਰੀ ਹੈ, ਉਹਨਾਂ ਤੱਕ ਤੁਸੀਂ ਵੀ ਸਾਡੇ ਅੰਦਰ ਦਾਖਲ ਹੋ ਸਕਦੇ ਹੋ ਅਤੇ ਅਸੀਂ ਵੀ ਤੁਹਾਡੀ ਸਕਾਈ ਮਤਲਬ ਜਿਹੜਾ ਸਕਾਈ ਖੇਤਰ ਹੈ ਉਹਦੇ ਵਿੱਚ ਦਾਖਲ ਹੋ ਸਕਦੇ ਹਾਂ। ਪਰ ਜਦੋਂ ਵੀ ਆਪਾਂ ਇੱਕ ਦੂਸਰੇ ਦੇ ਸਕਾਈ ਖੇਤਰ ਦੇ ਵਿੱਚ ਦਾਖਲ ਹੋਵਾਂਗੇ, ਸਾਡੇ ਕੋਲ ਨਾ ਤਾਂ ਤੁਹਾਡੇ ਕੋਲ ਹਥਿਆਰ ਹੋਊਗਾ ਕੋਈ, ਨਾ ਹੀ ਸਾਡੇ ਕੋਲ ਹਥਿਆਰ ਹੋਊਗਾ। ਤਾਂ ਇਹ ਟ੍ਰੀਟੀ ਕੀਤੀ ਗਈ ਸੀ। ਇਹਦੇ ਵਿੱਚ ਹੁਣ ਕਿਹਨੇ ਵਿਦਡਰਾ ਕੀਤਾ ਗਾ? ਰਸ਼ੀਆ ਨੇ ਵਿਦਡਰਾ ਕਰ ਲਿਆ। ਇਹ ਗੱਲ ਯਾਦ ਰੱਖ ਲਓ। ਇਹ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਆ ਪਿਆ। 24 ਮਾਰਚ 1992 ਦੇ ਵਿੱਚ ਇਹ ਸਕਾਈ ਟ੍ਰੀਟੀ ਸੀ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਸੀ ਅਤੇ ਲਾਗੂ ਹੋਈ ਸੀ ਇਹ 2002 ਦੇ ਵਿੱਚ। ਰੀਸੈਂਟਲੀ ਐਡਵਾਂਸ ਲਾਈਟ ਹੈਲੀਕਾਪਟਰ ALHMK3 ਹੈਜ਼ ਬੀਨ ਇੰਡਕਟਡ ਇਨ ਵਿਚ ਡਿਫੈਂਸ ਯੂਨਿਟ? ਇੰਡੀਅਨ ਆਰਮੀ, ਇੰਡੀਅਨ ਨੇਵੀ, ਇੰਡੀਅਨ ਕੋਸਟ ਗਾਰਡ ਕਿ ਏਅਰ ਫੋਰਸ? ਕਿਹੜਾ ਆਨਸਰ ਆਊਗਾ? ਇਹਦਾ ਆਨਸਰ ਆਊਗਾ ਇੰਡੀਅਨ ਨੇਵੀ। ਠੀਕ ਹੈ। ਇਹਨਾਂ ਨੇ ਇੱਕ ਹੈਲੀਕਾਪਟਰ ਬਣਾਇਆ ਹੈਗਾ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ, ਯੂਜ਼ ਕਰਨਗੇ ਇਹਨੂੰ। ਹੂ ਹੈਜ਼ ਬੀਨ ਬੌਰਨ 2021 ਨੈਚੁਰਲ TTL ਫੋਟੋਗ੍ਰਾਫੀ ਅਵਾਰਡ? ਫੋਟੋਗ੍ਰਾਫੀ ਅਵਾਰਡ ਦਿੱਤਾ ਜਾਂਦਾ ਹੁੰਦਾ ਕਿ ਕਿਹੜੇ ਬੰਦੇ ਦੀ ਫੋਟੋ ਸਭ ਤੋਂ ਵਧੀਆ ਦਿਲ ਖਿੱਚਵੀਂ ਲੱਗੀ, ਤਾਂ ਇਹਦੇ ਬਾਰੇ TTL ਅਵਾਰਡ ਦਿੱਤਾ ਜਾਂਦਾ ਹੁੰਦਾ ਫੋਟੋਗ੍ਰਾਫੀ ਅਵਾਰਡ। ਇਹ ਕਿਹਨੂੰ ਮਿਲਿਆ? ਥੋਮਸ ਨੂੰ ਮਿਲਿਆ, ਹੌਰਨ ਨੂੰ ਮਿਲਿਆ, KS ਦੁਲੀਆ ਨੂੰ ਮਿਲਿਆ ਕਿ ਮਲਿਕ ਨੂੰ ਮਿਲਿਆ? ਦੱਸੋ ਜੀ ਕਿਹਨੂੰ ਮਿਲਿਆ ਹੋਊਗਾ ਇਹ? ਤਾਂ ਇਹ ਮਿਲਿਆ ਆਪਣੇ A ਨੰਬਰ ਆਪਸ਼ਨ ਨੂੰ ਮਿਲਿਆ ਗਾ। ਕਿਹੜਾ? ਆਪਣਾ ਥੋਮਸ ਬਾਈ। ਠੀਕ ਹੈ। ਇਹਨੂੰ ਮਿਲਿਆ ਗਾ।
ਵਟ ਇਜ਼ ਦਾ ਰਿਵੈਨਿਊ ਕਲੈਕਸ਼ਨ ਆਫ ਗਵਰਨਮੈਂਟ ਫਰੋਮ ਗੁੱਡ ਐਂਡ ਸਰਵਿਸ ਟੈਕਸ ਮਈ 2021। ਗੁੱਡ ਐਂਡ ਸਰਵਿਸ ਟੈਕਸ ਕਿਹਦੀ ਫੁੱਲ ਫਾਰਮ ਹੈ? GST ਦੀ ਫੁੱਲ ਫਾਰਮ ਹੈ ਕਿ ਜਿਹੜੀ ਮਈ 2021 ਦੇ ਵਿੱਚ ਰਿਪੋਰਟ ਆਈ ਹੈ ਉਹਦੇ ਅਨੁਸਾਰ ਕਿੰਨੇ ਰੁਪਏ ਇਕੱਠੇ ਕਰ ਲਏ ਭਾਈ ਇਹਨਾਂ ਨੇ GST ਦੇ ਨਾਮ 'ਤੇ ਮਈ ਦੇ ਵਿੱਚ, ਮਈ 2021 ਦੇ ਵਿੱਚ ਇਹਨਾਂ ਨੇ ਇਕੱਠਿਆ ਕਰ ਲਿਆ ਭਾਈ ਕਿ 2.30 ਲੱਖ ਕਰੋੜ, 1.03 ਕਰੋੜ, 1.88 ਕਿ ਨਨ ਆਫ ਦੀਜ਼। ਤੇ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ, ਇੰਨੇ ਲੱਖ ਕਰੋੜ ਰੁਪਇਆ ਇਕੱਠਾ ਕਰ ਲਿਆ ਇਹਨਾਂ ਨੇ। ਵਿੱਚ TV ਸੀਰੀਅਲ ਬੌਨ ਦਾ ਡਰਾਮਾ ਬਾਫਟਾ, ਠੀਕ ਹੈ, ਬਾਫਟਾ ਇੱਕ TV ਸ਼ੋਅ ਹੈ ਬਾਹਰਲੇ ਦੇਸ਼ ਦਾ, ਬ੍ਰਿਟਿਸ਼ ਦਾ, ਠੀਕ ਹੈ। ਇਹਨਾਂ ਦੇ ਵਿੱਚੋਂ ਕਹਿੰਦੇ ਬੈਸਟ ਡਰਾਮਾ, ਕੀ ਬੈਸਟ ਡਰਾਮਾ TV ਸੀਰੀਅਲ ਦਾ ਅਵਾਰਡ ਕਿਹੜਾ ਚੈਨਲ, ਕਿਹੜਾ ਨਾਟਕ ਲੈ ਗਿਆ? ਸਟਰਗਲ ਟੂ ਹੋਮਸ, ਸੇ ਮੀ ਟੂ, XYZ ਕਿ ਅਨਨੇਮਡ। ਤਾਂ ਭਾਈ ਜਿਹੜਾ ਇਹ ਹੋਇਆ ਸੀ ਬਾਫਟਾ, ਇਹਦੇ ਵਿੱਚ ਬੈਸਟ ਡਰਾਮਾ ਦਾ ਜਿਹੜਾ TV ਸੀਰੀਅਲ ਹੈ ਉਹਦਾ ਇਨਾਮ ਕਿਹਨੇ ਜਿੱਤ ਲਿਆ? ਸੇਵ ਟੂ ਮੀ ਨੇ ਜਿੱਤ ਲਿਆ, ਸੇ ਮੀ ਟੂ, ਠੀਕ ਹੈ, ਗੱਲ ਯਾਦ ਰੱਖਣੀ ਹੈ। ਤੇ ਬੈਸਟ ਐਕਟਰ ਦਾ ਕਿਹਨੇ ਜਿੱਤਿਆ? ਪੌਲ ਮੈਸਕਲ ਨੇ। ਤੇ ਬੈਸਟ ਐਕਟਰਸ ਦਾ ਕਿਹਨੇ ਜਿੱਤਿਆ? ਮਾਈਕਲ ਓਕੋਇਲ ਨੇ। ਇਹ ਗੱਲ ਵੀ ਯਾਦ ਰੱਖਿਓ, ਯਾਦ ਕਰ ਲਓ, ਜਾਂਦੇ ਜਾਂਦੇ ਪੇਪਰਾਂ ਵਿੱਚ ਕੰਮ ਬਹੁਤ ਆਉਣਗੇ। ਵਿੱਚ ਸਟੇਟ ਟੋਪਰ ਪਰਫਾਰਮ ਗ੍ਰੇਡਿੰਗ ਇੰਡੈਕਸ 2019 ਦੇ 2020 ਬਾਈ ਮਿਨਿਸਟਰੀ ਆਫ ਐਜੂਕੇਸ਼ਨ। ਕਹਿੰਦੇ ਜਿਹੜਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ 2019 ਦੀ 20 ਦਾ ਲਾਂਚ ਕੀਤਾ ਹੈ, ਇਹਦੇ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਨੇ ਇਹ ਲਾਂਚ ਕੀਤਾ। ਇਹਦੇ ਵਿੱਚ ਕਿਹੜੀ ਸਟੇਟ ਨੇ ਟੌਪ ਕੀਤਾ ਗਾ? ਕੇਰਲਾ, ਪੰਜਾਬ, ਤਾਮਿਲਨਾਡੂ ਕਿ ਉੜੀਸਾ। ਤਾਂ ਇਹਦਾ ਆਨਸਰ ਹੈਗਾ ਗਾ B ਨੰਬਰ ਆਪਸ਼ਨ, ਪੰਜਾਬ ਦਾ ਕਰੰਟ ਅਫੇਅਰ ਕੋਈ ਵੀ ਆਪਾਂ ਮਿਸ ਨਹੀਂ ਕਰਨਾ। ਓਕੇ ਜੀ। ਕਹਿੰਦੇ ਗ੍ਰੇਡ 1 ਪਰਫਾਰਮੈਂਸ ਗ੍ਰੇਡ ਇੰਡੈਕਸ 2019-20 ਦੇ ਵਿੱਚ ਕਿੰਨੀਆਂ ਸਟੇਟਾਂ ਜਾਂ ਯੂਟੀ ਹਨ? ਠੀਕ ਹੈ, ਸਟੱਡੀ ਦਾ ਕੋਈ ਚੱਕਰ ਹੈਗਾ। ਕਿੰਨੀਆਂ ਭਾਈ ਇਹਦੇ ਵਿੱਚ? 5, 10, 7, 4। ਤਾਂ ਇਹਦਾ ਆਨਸਰ ਹੈਗਾ A ਨੰਬਰ ਆਪਸ਼ਨ 5। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। RBL ਬੈਂਕ ਦਾ ਡਾਇਰੈਕਟਰ ਅਤੇ CEO ਕਿਸ ਨੂੰ ਲਗਾ ਦਿੱਤਾ ਗਿਆ ਹੈਗਾ? ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ। ਪਹਿਲੀ ਗੱਲ ਤਾਂ ਅੱਧੇ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ RBL ਦੀ ਫੁੱਲ ਫਾਰਮ ਕੀ ਹੁੰਦੀ ਹੈ। ਇਹ ਬੈਂਕਾਂ, ਕਿਉਂਕਿ ਬੈਂਕਾਂ ਭਾਈ ਹੋ ਵੀ ਵਾਲੀਆਂ ਗਈਆਂ, ਤੁਹਾਡਾ ਵੀ ਕੋਈ ਕਸੂਰ ਨਹੀਂ ਹੈਗਾ, ਠੀਕ ਹੈ, ਬਹੁਤ ਬੈਂਕਾਂ ਹੋ ਗਈਆਂ। ਤਾਂ ਕਰਕੇ ਇਹ ਬੈਂਕ ਦਾ ਨਾਂ ਕੀ ਹੈ ਦੱਸੋ? ਤੁਸੀਂ ਦੱਸੋ ਕਮੈਂਟਾਂ ਦੇ ਵਿੱਚ, ਜਾਂ ਮੈਂ ਦੱਸਾਂ? ਸੋ ਦੱਸ ਦਿੰਦੇ ਭਾਈ, ਇਹਦਾ ਨਾਮ ਹੈਗਾ ਗਾ ਦਾ ਰਤਨਾਕਰ ਬੈਂਕ ਲਿਮਟਿਡ, ਠੀਕ ਹੈ। ਤਾਂ ਇਹ ਸਾਡੇ ਬਠਿੰਡੇ ਵੀ ਹੈਗੀ ਹੈ ਬੈਂਕ। ਅਤੇ ਇਹਦਾ ਕਿਹਨੂੰ ਲਾਤਾ? CEO ਕਿਹੜਾ ਲਾਤਾ ਇਹਨੂੰ? ਕੇਸ਼ਰ, BK, ਵਿਸ਼ਵਾਵੀਰ ਇਹੂਜਾ ਮੁਹੰਮਦ। ਤਾਂ ਇਹਦਾ ਆਨਸਰ ਹੈਗਾ C ਨੰਬਰ ਆਪਸ਼ਨ, ਵਿਸ਼ਵਾਵੀਰ ਆਹੂਜਾ। ਸੁਨੀਲ ਛੇਤਰੀ ਇਸ ਵਾਰ ਇੰਟਰਨੈਸ਼ਨਲ ਗੋਲਡ ਸਕੋਲਰ ਇੰਡੈਕਸ ਦੇ ਵਿੱਚ ਕਿਹੜੀ ਰੈਂਕ ਪ੍ਰਾਪਤ ਕਰ ਗਿਆ? ਪਹਿਲ ਨੰਬਰ 'ਤੇ ਆਪਣਾ ਕਿਹੜਾ ਗਾ ਦੱਸੋ ਜੀ? ਪਹਿਲ 'ਤੇ ਕਿਹੜਾ ਗਾ? ਕ੍ਰਿਸਟੋ ਰੋਨਾਲਡੋ ਹੈ। ਤਾਂ ਇਹ ਭਾਈ ਹੈਗਾ ਦੂਸਰੇ ਨੰਬਰ 'ਤੇ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹ ਹੈਗਾ ਆਪਣੇ ਦੂਸਰੇ ਨੰਬਰ 'ਤੇ ਸੁਨੀਲ ਛੇਤਰੀ ਇੰਟਰਨੈਸ਼ਨਲ ਗੋਲ ਸਕੋਰ ਦੇ ਵਿੱਚ, ਇਹ ਗੱਲ ਯਾਦ ਰੱਖਿਓ। ਰੀਸੈਂਟਲੀ ਹੂ ਹੈਜ਼ ਬੌਨ ਅਜ਼ਰਬੈਜਾਨ ਗ੍ਰੈਂਡ ਪ੍ਰਿਕਸ 2021 ਜਿਹੜੀ ਹੋਈ ਹੈ, ਇਹਦੇ ਵਿੱਚ ਕਿਹੜਾ ਬੰਦਾ ਜਿੱਤ ਗਿਆ ਭਾਈ? ਸਰਗੀਓ ਪੈਰੇਜ, ਐਸ ਬੈਟਲ, ਪਿਆਰੇ ਗੈਸਲੀ, ਚਾਰਲਸ ਲੈਰੇ। ਕੌਣ ਜਿੱਤਿਆ ਇਹਦੇ ਵਿੱਚੋਂ? ਅਤੇ ਜੋ ਜਿੱਤਿਆ ਆਪਣਾ A ਨੰਬਰ ਆਪਸ਼ਨ ਜਿੱਤਿਆ ਹੈਗਾ ਕਿਹੜਾ? ਸਰਗੀਓ ਪੈਰੇਜ ਜਿੱਤਿਆ। ਵੈਰੀ ਇੰਪੋਰਟੈਂਟ ਆਪਰੇਸ਼ਨ ਹੈ ਇਹ ਅਜ਼ਰਬੈਜਾਨ। ਜੂ ਕੈਂਟਾਈਵ ਕਿਸ ਰਾਜ ਦੇ ਵਿੱਚ ਲਾਗੂ ਹੋਇਆ ਸੀ? ਇਹ ਪ੍ਰਸ਼ਨ ਪੇਪਰ ਦੇ ਵਿੱਚ ਵੀ ਪੁੱਛਿਆ ਗਿਆ ਹੈਗਾ। ਜਿਹੜੇ ਬੱਚਿਆਂ ਨੇ ਤਾਂ ਇਹਨਾਂ ਕਹਿੰਦੇ ਨੇ ਕੋਈ ਵੀ ਕਿਸੇ ਵੀ ਪੰਜਾਬ ਦਾ ਕੋਈ ਵੀ ਪੇਪਰ ਹੁੰਦਾ, ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੁੰਦਾ, ਇੱਕ ਵਾਰੀ ਆਪਦੇ ਆਪ ਕਰਕੇ ਜ਼ਰੂਰ ਦੇਖਿਆ ਕਰੋ, ਕਈ ਵਾਰੀ ਪ੍ਰਸ਼ਨ ਰਿਪੀਟ ਹੋ ਕੇ ਆ ਜਾਂਦਾ ਹੈ। ਤਾਂ ਜੂ ਕੈਂਟਾਈਵ ਕਿਸ ਸਕੀਮ ਨੇ ਕਿਸ ਰਾਜ ਨੇ ਲਾਗੂ ਕੀਤੀ ਸੀ? ਇਹ ਕੀਤੀ ਸੀ ਦਿੱਲੀ, ਲਦਾਖ, ਸਿੱਕਮ ਕਿ ਚੰਡੀਗੜ੍ਹ। ਤਾਂ ਇਹਦਾ ਆਨਸਰ ਜਿਹੜੇ ਬੱਚੇ ਲਦਾਖ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਹੂ ਹੈਜ਼ ਬੀਨ ਅਪਾਇੰਟਡ ਐਸ ਦਾ ਨਿਊ ਇਲੈਕਸ਼ਨ ਕਮਿਸ਼ਨ ਆਫ ਇੰਡੀਆ? ਦੱਸੋ ਜੀ। ਕਹਿੰਦੇ ਆਪਣਾ ਨਿਊ ਇਲੈਕਸ਼ਨ ਕਮਿਸ਼ਨ ਕੌਣ ਹੈ ਇੰਡੀਆ ਦਾ? ਆਦਰਸ਼ ਕੇ ਗੋਇਲ, ਅਨੂਪ ਚੰਦਰਾ ਪਾਂਡੇ, ਸੁਸ਼ੀਲ ਚੰਦਰਾ, ਰਾਜੀਵ ਕੁਮਾਰ। ਦੱਸੋ, ਵੈਰੀ ਇੰਪੋਰਟੈਂਟ ਆ। ਨਿਊ ਇਲੈਕਸ਼ਨ ਕਮਿਸ਼ਨ ਕਿਹੜਾ ਲਾਤਾ ਆਪਣਾ? ਇਹ ਲਾਤਾ ਭਾਈ ਆਪਣਾ ਅਨੂਪ ਚੰਦਰਾ ਪਾਂਡੇ। ਇਹ ਗੱਲ ਯਾਦ ਰੱਖਣੀ ਹੈ, ਵੈਰੀ ਇੰਪੋਰਟੈਂਟ ਆਪਰੇਸ਼ਨ ਹੈਗਾ। ਇਸ ਤੋਂ ਬਾਅਦ ਗਵਰਨਮੈਂਟ ਹੈਜ਼ ਅਨਾਊਂਸ, ਜਿਹੜੀ ਆਪਣੀ ਗਵਰਨਮੈਂਟ ਹੈ ਇੰਡੀਆ ਦੀ, ਉਹਨੇ ਜਿਹੜੀ ਕੋਵਾਵੈਕਸੀਨ ਜਿਹੜੀ ਆਪਾਂ ਕੋਵਿਡ-19 ਤੋਂ ਬਚਾਅ ਵਾਸਤੇ ਆਪਾਂ ਲਗਵਾਉਣੇ ਹੈ। ਜਿਹੜੇ ਪ੍ਰਾਈਵੇਟ ਹਸਪਤਾਲਾਂ ਵਾਲੇ ਕੀ ਕਰ ਰਹੇ ਸੀ, ਆਪਣੀ ਮਰਜ਼ੀ ਨਾਲ ਕੋਈ 3000 ਰੇਟ ਰੱਖੀ ਬੈਠਾ ਸੀ, ਕੋਈ 2500 ਰੇਟ ਰੱਖੀ ਬੈਠਾ ਸੀ, ਕੋਈ 2000 ਰੱਖੀ ਬੈਠਾ ਸੀ।
ਤਾਂ ਜਦੋਂ ਸਰਕਾਰ ਕੋਲ ਇਹ ਗੱਲ ਪਹੁੰਚੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜੀ ਕੋਵੈਕਸਿਨ ਵੈਕਸੀਨ ਹੈ ਕਰੋਨਾ ਵਾਇਰਸ ਤੋਂ ਬਚਾਉਣ ਵਾਸਤੇ ਉਹਦਾ ਪ੍ਰਾਈਜ਼ ਅਸੀਂ ਫਿਕਸ ਕਰਤਾ। ਇਸ ਤੋਂ ਵੱਧ ਕੋਈ ਵੀ ਉਹਦਾ ਪ੍ਰਾਈਜ਼ ਨਹੀਂ ਲੈ ਸਕਦਾ। ਜੇ ਕੋਈ ਲੈਂਦਾ ਤਾਂ ਉਹ ਕੰਪਲੀਟ ਵੀ ਕਰ ਸਕਦਾ। ਕਿੰਨਾ ਪ੍ਰਾਈਜ਼ ਰੱਖਤਾ? 1410, 1050, 1145 ਕਿ 1255। ਤਾਂ ਇਹਦਾ ਆਨਸਰ ਹੈਗਾ 1410 ਰੁਪਏ ਦਾ ਪ੍ਰਾਈਜ਼ ਰੱਖਤਾ ਭਾਈ। ਰੈਮੋਨਾ ਰਿਜ਼ਰਵ ਫੋਰੈਸਟ ਹੈਜ਼ ਬੀਨ ਡਿਕਲੇਅਰ ਸ਼ੇਮਾ ਨੈਸ਼ਨਲ ਪਾਰਕ ਵਿੱਚ ਸਟੇਟ। ਰਾਏਮੋਨਾ, ਇਹ ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ। ਇਹਨੂੰ ਸ਼ੇਮਾ ਨੈਸ਼ਨਲ ਪਾਰਕ ਦਾ ਦਰਜਾ ਦਿੱਤਾ। ਕਿੱਥੇ ਹੈ? ਮੱਧ ਪ੍ਰਦੇਸ਼ 'ਚ ਹੈ, ਕਰਨਾਟਕਾ 'ਚ ਹੈ, ਗੁਜਰਾਤ 'ਚ ਹੈ, ਅਸਾਮ ਦੇ ਵਿੱਚ ਹੈ। ਤਾਂ ਭਾਈ ਇਹ ਹੈਗਾ ਆਪਣਾ ਅਸਾਮ ਦੇ ਵਿੱਚ। ਡੀ ਨੰਬਰ ਆਪਸ਼ਨ ਬਿਲਕੁਲ ਇਹਦਾ ਸਹੀ ਆਨਸਰ ਹੈਗਾ। ਠੀਕ ਹੈ। ਅਤੇ ਕਿਹੜੇ ਹੋਰ ਅਸਾਮ ਦੇ ਵਿੱਚ ਮੇਨ ਜੀ ਯਾਦ ਕਰ ਲਓ। ਕਾਜੀਰੰਗਾ ਹੋ ਗਿਆ, ਮਾਨਸ ਹੋ ਗਿਆ, ਦਿਬਰੂ ਹੋ ਗਿਆ, ਨਮੇਰੀ ਹੋ ਗਿਆ, ਔਰਾਂਗ ਹੋ ਗਿਆ, ਅਤੇ ਹੁਣ ਕਿਹੜਾ ਹੋ ਗਿਆ? ਰੈਮਾਇਨ। ਠੀਕ ਹੈ, ਰੈਮੋਨ। ਇਹ ਹੋ ਗਿਆ, ਗੱਲ ਯਾਦ ਰੱਖਣੀ ਹੈ। ਅਤੇ ਇਹਦੇ ਨਾਲ ਆਪਣੇ 40 ਦੇ 40 ਕਰੰਟ ਅਫੇਅਰ ਹੋ ਗਏ ਕੰਪਲੀਟ ਭਾਈ। ਅਤੇ 20 ਕਰਵਾ ਦੀ ਗੱਲ 60 ਕਰੰਟ ਅਫੇਅਰ ਹੋ ਗਏ। ਅਤੇ ਜਿਹੜੇ ਬੱਚਿਆਂ ਨੇ ਯਾਦ ਪੜ੍ਹ ਲਿਆ ਤਾਂ 100% ਚਾਂਸ ਹੈ ਕਿ ਜੇ ਕੋਈ ਕਰੰਟ ਅਫੇਅਰ ਪਾਉਂਦੇ ਤਾਂ ਵਿੱਚੋਂ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲੂਗਾ। ਠੀਕ ਹੈ ਜੀ, ਆਪਾਂ ਆਪਦੇ ਵੱਲੋਂ ਬੈਸਟ ਦਿੱਤਾ ਪੁੱਤਰੋ। ਬਾਕੀ ਤੁਸੀਂ ਦੇਖੋ ਪੜ੍ਹਨਾ ਚੰਗੀ ਤਰ੍ਹਾਂ। ਇੱਕ ਵਾਰੀ ਮਾਰ ਚੁੱਕੋ ਕਿਉਂਕਿ ਬਾਹਲੀ ਤਾਂ ਹੈ ਨਹੀਂ, ਸਿਰਫ ਥੋੜ੍ਹੀ ਮੋਟੀ ਹੈ। ਅਤੇ PDF ਤੁਹਾਨੂੰ ਮੈਂ ਟੈਲੀਗ੍ਰਾਮ 'ਚ ਪ੍ਰੋਵਾਈਡ ਕਰਵਾ ਦੂੰਗਾ ਸ਼ਾਮ ਤੱਕ ਇਹਦਾ। ਅਤੇ ਸਾਰੇ ਬੱਚਿਆਂ ਨੇ ਇੱਕ ਵਾਰੀ ਲੈਕਚਰ ਜ਼ਰੂਰ ਲਾ ਲੈਣਾ, ਤੁਹਾਡੇ ਫਾਇਦੇ ਵਾਲਾ ਕੰਮ ਹੈ। ਅਤੇ ਇਹ ਲੈਕਚਰ ਸਾਰੇ ਬੱਚਿਆਂ ਨੇ ਲਾਉਣਾ, ਚਾਹੇ ਸੁਪਰਵਾਈਜ਼ਰ ਵਾਲਾ, ਚਾਹੇ ਮਾਰਕਫੈਡ ਵਾਲਾ, ਚਾਹੇ PSPC ਵਾਲਾ, ਚਾਹੇ ਆਲ ਇੰਡੀਆ ਦਾ ਕੋਈ ਵੀ ਐਗਜ਼ਾਮ ਦੇਣਾ, ਸਾਰਿਆਂ ਵਾਸਤੇ ਇਹ ਜ਼ਰੂਰੀ ਹੈ। ਬਸ ਇਹੀ ਗੱਲ ਕਰਨੀ ਸੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।